ਇੱਕ ਇਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਇੱਕ ਚਿਲ ਫੈਕਟਰ ਹੁੰਦਾ। ਤੁਸੀਂ ਕਿਸੇ ਇੱਕ ਦੇ ਖਿਲਾਫ ਐਡਾ ਵੱਡਾ ਐਕਸ਼ਨ ਲਓ ਕਿ ਬਾਕੀ ਜਗ੍ਹਾ ਦੇ ਉੱਤੇ ਠੰਡ ਵਰਤ ਜਾਵੇ। ਸਾਡੇ ਇੱਥੇ ਚਿਲ ਫੈਕਟਰ ਦੇ ਵਿੱਚ ਬਹੁਤ ਸਾਰਾ ਜਿਹੜਾ ਮੀਡੀਆ ਦਾ ਹਿੱਸਾ ਹੈ ਉਹ ਜਾਂ ਬਹੁਤ ਬੋਝ-ਬੋਝ ਕੇ ਪੈਰ ਧਰ ਰਿਹਾ ਜਾਂ ਗੱਲ ਹੀ ਨਹੀਂ ਕਰ ਰਿਹਾ ਜਾਂ ਸਰਕਾਰ ਦੀ ਗੋਦੀ ਚੜ੍ਹ ਗਿਆ। ਜਿਹੜੇ ਸਰਕਾਰ ਦੇ ਅਗੇਂਸਟ ਲਿਖਦੇ ਵੀ ਨੇ ਜਾਂ ਖੁੱਲ੍ਹ ਕੇ ਸਵਾਲ ਕਰਦੇ ਨੇ, ਉਹਨਾਂ ਦੇ ਸਵਾਲਾਂ ਦੇ ਵਿੱਚ ਵੀ ਇੱਕ ਸੈਲਫ ਸੈਂਸਰਸ਼ਿਪ ਦਾ ਐਲੀਮੈਂਟ ਹੈ। ਅਸੀਂ ਉਹ ਸਭ ਕਹਿਣ ਲਈ ਆਜ਼ਾਦ ਨਹੀਂ ਹਾਂ ਜਿਹੜਾ ਸਾਡਾ ਕਹਿ ਦੇਣ ਦਾ ਦਿਲ ਕਰਦਾ। ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅੰਮ੍ਰਿਤਸਰ ਦੇ ਵਿੱਚੋਂ ਪੱਤਰਕਾਰਾਂ ਨੂੰ ਕਿਸ ਤਰੀਕੇ ਨਾਲ ਕੱਢਿਆ ਗਿਆ ਆਪਰੇਸ਼ਨ ਬਲੂ ਸਟਾਰ ਤੋਂ ਜਸਟ ਪਹਿਲਾਂ, ਤੇ ਜੇ ਕੋਈ ਇੱਕ ਅੱਧਾ ਅੰਦਰ ਰਹਿ ਗਿਆ ਬ੍ਰਹਮ ਚਲਾਨੀ ਵਰਗਾ, ਤਾਂ ਫਿਰ ਉਹਨਾਂ ਨੇ ਕਿਸ ਕਿਸਮ ਦਾ ਸੱਚ ਬਾਹਰ ਲੈ ਕੇ ਆਏ। ਜੇ ਮਾਰਕ ਟਲੀ ਦੀ ਕਿਤਾਬ ਇੰਨੀ ਮਕਬੂਲ ਹੋਈ ਤਾਂ ਇਸ ਲਈ ਕਿਉਂਕਿ ਆਵਾਜ਼ ਹੀ ਇੱਕੋ ਬਚੀ ਸੀ। ਲੋਕ ਤਾਂ ਇਹ ਯਕੀਨ ਹੀ ਕਰਨਾ ਚਾਹੁੰਦੇ ਸੀ ਕਿ ਭਿੰਡਰਾਂਵਾਲਾ ਮਾਰਿਆ ਗਿਆ ਕਿ ਨਹੀਂ। ਉਹ ਕਹਿੰਦੇ ਜਿੱਦਣ BBC ਤੇ ਖਬਰ ਆ ਗਈ ਉਸ ਦਿਨ ਮੰਨਾਂਗੇ। ਇਹ ਸਾਰੇ ਸੋਸ਼ਲ ਮੀਡੀਆ ਦੀ ਜਿਹੜੀ ਮਕਬੂਲੀਅਤ ਹੈ, YouTube ਦੇ ਉੱਤੇ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਦੀ ਮਕਬੂਲੀਅਤ ਹੈ, ਉਹਦੇ origin ਕਿੱਥੇ ਨੇ? ਕਿਉਂਕਿ ਮੇਨਸਟ੍ਰੀਮ ਮੀਡੀਆ ਉਹ ਗੱਲ ਕਹਿਣੋਂ ਝਿਜਕ ਰਿਹਾ ਸੀ ਜਾਂ ਡਰ ਰਿਹਾ ਸੀ ਜਾਂ ਹੋਲਿਸਟਿਕਲੀ ਚੀਜ਼ਾਂ ਨੂੰ ਕਵਰ ਨਹੀਂ ਕਰ ਰਿਹਾ ਸੀ। ਉਹਦੇ ਵਿੱਚੋਂ ਉਹ ਸਪੇਸ ਉੱਭਰ ਕੇ ਆਉਂਦੀ ਏ ਜਿਹਦੇ ਵਿੱਚੋਂ ਲੋਕ ਕਹਿੰਦੇ ਨੇ ਕਿ ਚੰਗਾ ਫਿਰ ਜਿਹੜਾ ਸੀਸ ਤਲੀ ਤੇ ਧਰ ਕੇ ਗੱਲ ਕਰ ਰਿਹਾ ਹੈ, ਅਸੀਂ ਉਹਦੀ ਗੱਲ ਸੁਣ ਲਾਂਗੇ। ਸੋ ਉਹ ਇੰਨੇ ਵੱਡੇ ਅਦਾਰੇ ਨੂੰ ਛੱਡ ਕੇ ਚੈਨਲ ਬਦਲ ਕੇ YouTube ਤੇ ਆ ਜਾਂਦਾ। ਉਹਨੇ ਆਪਣਾ ਮੀਡੀਅਮ ਹੀ ਬਦਲ ਲਿਆ। ਅਸੀਂ ਇਹ ਦੇਖ ਲਈਏ ਕਿ ਪਾਸਟ ਦੇ ਵਿੱਚ ਜਦੋਂ ਫੋਰਨ ਮੀਡੀਆ ਨੂੰ ਦਬਾਇਆ ਗਿਆ, ਉਹ ਇਵੈਂਚੁਅਲੀ ਰਿਪੋਰਟ ਨਹੀਂ ਕਰ ਸਕੇ, ਪਰ ਜਾ ਕੇ ਉਹਨਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਉਹ ਕਿਤਾਬਾਂ ਦਰਅਸਲ ਇੰਨੀ ਵੱਡੀ ਰਿਪੋਰਟਾਜ ਸਨ ਕਿ ਫਿਰ ਕਿਤਾਬਾਂ ਨੇ ਦੁਨੀਆ 'ਚ ਤਹਿਲਕਾ ਮਚਾ ਦਿੱਤਾ ਤੇ ਉਹ ਸਾਰਾ ਕੁਝ ਦੁਬਾਰਾ ਤੋਂ ਉੱਭਰ ਕੇ ਆਇਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੱਤਰਕਾਰ ਵੀ ਇਹਨਾਂ ਨਵੇਂ ਸਮਿਆਂ ਦੇ ਵਿੱਚ, ਟੈਕਨੋਲੋਜੀ ਦੇ ਸਮਿਆਂ ਦੇ ਵਿੱਚ ਨਵੇਂ ਢੰਗ ਤਰੀਕੇ ਸਰਕਾਰਾਂ ਦੇ ਇਸ ਕਿਸਮ ਦੇ ਰਵੱਈਆਂ ਦਾ ਟਾਕਰਾ ਕਰਨ ਦੇ ਲੱਭ ਰਹੇ ਨੇ। ਜਿਹੜਾ ਇੰਟਰਨੈਸ਼ਨਲ ਕੰਸੋਰਸ਼ੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ ਬਣਿਆ ਸੀ, ਜਿਹਨੇ ਇਹ ਪਨਾਮਾ ਪੇਪਰਸ ਲਿਆਂਦੇ, ਜਿਹਨੇ ਬਾਅਦ ਵਿੱਚ ਪੰਡੋਰਾ ਪੇਪਰਸ ਲਿਆਂਦੇ, ਜੇ ਤੁਸੀਂ ਉਹਨਾਂ ਦੀ ਮਿਹਨਤ ਦਾ ਸਿਰਫ ਉਹਨੂੰ ਆਪਾਂ ਥੋੜਾ ਜਿਹਾ ਕੁਆਂਟੀਫਾਈ ਕਰੀਏ ਕਿ 600 ਪੱਤਰਕਾਰ ਹੋਣ ਹਮੀਰ ਜੀ, 150 ਮੀਡੀਆ ਆਰਗੇਨਾਈਜੇਸ਼ਨਾਂ ਦੇ 20 ਲੱਖ ਡਾਕੂਮੈਂਟਸ ਉਹਨਾਂ ਦੇ ਕੋਲ ਹੋਣ, 14 ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡ ਕਰਨ ਵਾਲੀਆਂ ਕੰਪਨੀਆਂ ਦੇ ਸੀਕ੍ਰੇਟ ਉਹ ਇਕੱਠੇ ਕਰ ਲੈਣ, 2 ਸਾਲਾਂ ਤੱਕ ਚੁੱਪਚਾਪ ਉਹਨੂੰ ਸਟੱਡੀ ਕਰਦੇ ਰਹਿਣ, ਵੱਖ-ਵੱਖ ਦੇਸ਼ਾਂ ਦੇ ਨੁਮਾਇਆ ਪੱਤਰਕਾਰਾਂ ਤੇ ਅਖਬਾਰਾਂ ਦੇ ਨਾਲ ਉਹ ਟਾਈ ਅਪ ਕਰ ਲੈਣ। ਸਾਡੇ ਦੇਸ਼ ਦੇ ਵਿੱਚੋਂ ਦਾ ਹਿੰਦੂ ਤੇ ਇੰਡੀਅਨ ਐਕਸਪ੍ਰੈਸ ਉਹਨਾਂ ਦੇ ਸਾਥੀ ਸੀ, ਵਾਸ਼ਿੰਗਟਨ ਪੋਸਟ ਅਮਰੀਕਾ ਦੇ ਵਿੱਚੋਂ ਸੀਗਾ, ਦਾ ਗਾਰਡੀਅਨ ਇੰਗਲੈਂਡ ਦੇ ਵਿੱਚੋਂ ਸੀਗਾ, ਤੇ ਫਿਰ ਉਹ 35 ਕੰਟਰੀਆਂ ਦੇ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਬਾਰੇ, ਫੌਜਾਂ ਦੇ ਜਰਨੈਲਾਂ ਬਾਰੇ, ਡਿਕਟੇਟਰਾਂ ਬਾਰੇ, 330 ਪੋਲੀਟੀਸ਼ੀਅਨਾਂ ਬਾਰੇ ਇਹੋ ਜਿਹਾ ਨੰਗਾ ਚਿੱਟਾ ਸੱਚ ਸਾਹਮਣੇ ਲੈ ਕੇ ਆ ਜਾਣ ਕਿ ਕਿਸ ਦੀਆਂ ਕਿੱਥੇ ਕੰਪਨੀਆਂ ਨੇ, ਕਿਸ ਨੇ ਲੱਖਾਂ ਕਰੋੜਾਂ ਡਾਲਰ ਕਿੱਥੇ ਛੁਪਾਏ ਹੋਏ ਨੇ। ਉਹਦੇ ਲਈ ਇੱਕ ਇੰਟਰਨੈਸ਼ਨਲ ਐਫਰਟ ਵੱਡੇ ਤੌਰ ਦੇ ਉੱਤੇ ਇਨਵੈਸਟੀਗੇਟਿਵ ਪੱਤਰਕਾਰਾਂ ਨੇ ਕੀਤੀ। ਮੈਨੂੰ ਲੱਗਦਾ ਦਰਅਸਲ ਉਹ ਸਾਰੇ ਸਾਡੇ ਲਈ ਤਾਂ ਫੋਰਨ ਕੋਰਸਪੋਂਡੈਂਟ ਨੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ, ਤੇ ਸਾਨੂੰ ਸਾਡੇ ਦੇਸ਼ ਦੇ ਲੋਕਾਂ ਬਾਰੇ, ਚਾਹੇ ਉਹ ਸਚਿਨ ਤੇਂਦੁਲਕਰ ਹੋਵੇ, ਚਾਹੇ ਅਨਿਲ ਅੰਬਾਨੀ ਹੋਵੇ, ਇਹਨਾਂ ਸਾਰਿਆਂ ਦੇ ਬਾਰੇ ਸੱਚ ਦੱਸਿਆ ਕਿ ਕਿਸ ਨੇ ਅਯਾਸ਼ੀ ਦੇ ਸਮੁੰਦਰੀ ਜਹਾਜ਼ ਲੈ ਕੇ ਦੁਨੀਆ 'ਚ ਕਿੱਥੇ-ਕਿੱਥੇ ਖੜੇ ਕੀਤੇ ਨੇ। ਪੰਜਾਬ ਦੇ ਵਿੱਚ ਪਿੱਛੇ ਜੇ ਸੱਤਾ ਦਾ ਬਦਲ ਹੋਇਆ, ਅਮਰਿੰਦਰ ਸਿੰਘ ਨੂੰ ਹਟਾਇਆ ਗਿਆ, ਚੰਨੀ ਆਏ, ਕੁਛ ਆਏ, ਤੁਸੀਂ ਨੈਸ਼ਨਲ ਮੀਡੀਆ ਦਾ ਐਨਾਲਿਸਿਸ ਸੁਣੋ, ਕਾਂਗਰਸ ਇਸ ਲਈ ਹਾਰੀ ਕਿਉਂਕਿ ਅਮਰਿੰਦਰ ਸਿੰਘ को अचानक हटा दिया। ਤੁਹਾਨੂੰ ਲੱਗਦਾ ਜਿਹੜਾ ਇਹ ਪੈਰਾਸ਼ੂਟ ਜਰਨਲਿਜ਼ਮ ਹੈ, ਜਿਹੜਾ ਤੁਸੀਂ ਦਿੱਲੀ ਤੋਂ ਬੈਠ ਕੇ ਫਟਾਫਟ 2 ਇੰਟਰਨੈਟ ਦੀਆਂ ਸਰਚਿਸ ਕਰਕੇ ਗੂਗਲ ਦੇ ਥਰੂ ਪੰਜਾਬ ਨੂੰ ਸਮਝਣਾ ਚਾਹੁੰਦੇ ਹੋ, ਇਹ ਉਹੀ ਗਲਤੀਆਂ ਕਰਾਂਦਾ ਜਿਸ ਤਰੀਕੇ ਨਾਲ ਨੈਸ਼ਨਲ ਮੀਡੀਆ ਨੇ ਕਿਸਾਨ ਅੰਦੋਲਨ ਨੂੰ ਸਮਝਣ ਲੱਗਿਆਂ ਗਲਤੀ ਕੀਤੀ ਸੀ। ਤੇ ਇੱਕ ਪਾਸੇ ਫਿਰ ਨੈਸ਼ਨਲ ਮੀਡੀਆ ਖੜਾ ਸੀ ਤੇ ਇੱਕ ਪਾਸੇ ਪੰਜਾਬ ਮੀਡੀਆ ਖੜਾ ਸੀਗਾ, ਤੇ ਦੋ ਧੜੇ ਇਸ ਦੇਸ਼ ਦੇ ਵਿੱਚ ਮੀਡੀਆ ਦੇ ਦਿਖਾਈ ਦੇ ਰਹੇ ਸੀ। ਮੈਨੂੰ ਇੰਜ ਜਾਪਦਾ ਸੀ ਜੇ ਇਹ ਜਿਹੜਾ ਨੈਸ਼ਨਲ ਮੀਡੀਆ ਕਿ ਫੋਰਨ ਮੀਡੀਆ, ਜਿਹੜੇ ਬਾਹਰੋਂ ਆਏ ਨੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਆ, ਉਹ ਦਰਅਸਲ ਫੋਰਨ ਮੀਡੀਆ ਵਾਂਗੂ ਇੱਥੇ ਰਹਿੰਦੇ ਆ। ਅਸੀਂ ਆਪਣੇ ਲੋਕਾਂ ਨਾਲ ਘੱਟੋ ਘੱਟ ਉਸ ਤਰ੍ਹਾਂ ਨਾ ਰਹੀਏ। ਅਸੀਂ ਆਪਣੇ ਪ੍ਰਵਾਸੀ ਮਜ਼ਦੂਰ ਨਾਲ, ਆਪਣੇ ਖੇਤ ਮਜ਼ਦੂਰ ਨਾਲ, ਆਪਣੇ ਕਿਸਾਨ ਨਾਲ, ਆਪਣੇ ਫੈਕਟਰੀਆਂ ਦੇ ਕਾਮਿਆਂ ਨਾਲ ਜੋ ਅਸੀਂ ਉਹਨਾਂ ਨੂੰ ਕਿੰਨੀ ਕੁ ਕਵਰੇਜ ਦੇ ਰਹੇ ਹਾਂ। ਸਾਡੇ ਇੱਥੇ ਸਾਰੀ ਮੀਡੀਆ ਦੀ ਕਵਰੇਜ ਲਾਰਜਲੀ ਪੋਲੀਟਿਕਸ ਓਰੀਐਂਟਿਡ ਹੈ। ਕੋਈ ਗੱਲ ਭਗਵੰਤ ਮਾਨ ਕਹਿ ਦੇ, ਕੋਈ ਟਵੀਟ ਹਰਸਿਮਰਤ ਬਾਦਲ ਕਰ ਦੇਵੇ, ਕਿਤੇ ਦਿਨ ਕੋਈ ਨਵਜੋਤ ਸਿੱਧੂ ਜੇਲ੍ਹ ਚੋਂ ਬਾਹਰ ਆਵੇ ਜਾਂ ਨਾ ਆਵੇ, ਸਾਡੀਆਂ ਸੁਰਖੀਆਂ ਭਰ ਜਾਂਦੀਆਂ ਨੇ। ਜੇ ਪੰਜਾਬ ਦੇ ਲੋਕਾਂ ਨੂੰ ਪਤਾ ਹੁੰਦਾ ਕਿ ਪਿਛਲੇ ਇੱਕ ਹਫ਼ਤੇ 'ਚ ਨਨਕਾਣਾ ਸਾਹਿਬ ਦੇ ਵਿੱਚ ਕੀ ਗੁੱਲ ਖਿਲੇ ਨੇ, ਕਿਵੇਂ ਬੇਅਦਬੀ ਦੇ ਨਾਮ ਦੇ ਉੱਤੇ ਬੰਦਿਆਂ ਨੂੰ ਕੋਹ ਕੇ ਮਾਰਿਆ ਗਿਆ, ਲਾਸ਼ਾਂ ਨੂੰ ਘੁਮਾਇਆ ਗਿਆ, ਜ਼ਿੰਦਾ ਸਾੜਿਆ ਗਿਆ, ਇਹ ਸਭ ਕੁਝ ਪਿਛਲੇ ਹਫ਼ਤੇ ਵਿੱਚ ਹੋਇਆ। ਬਿਲਕੁਲ ਇਹੀ ਜੇ ਕੁਐਸਚਨ ਸਾਡਾ ਉੱਥੇ ਕੋਈ ਕੋਰਸਪੋਂਡੈਂਟ ਹੁੰਦਾ ਤਾਂ ਲੋਕਾਂ ਨੂੰ ਇੱਥੇ ਪਤਾ ਹੁੰਦਾ। ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਮੇਰੇ ਨਾਲ ਨੇ ਸਰਦਾਰ SP ਸਿੰਘ। ਬਹੁਤ ਦੇਰ ਤੋਂ ਪੰਜਾਬੀ ਕੋਈ BBC ਦੇ ਨਾਮ ਤੋਂ ਇਹ ਨਹੀਂ ਕਿ ਅਣਜਾਣ ਨੇ, ਬਲਕਿ ਬੜੀ ਲੰਮੇ ਸਮੇਂ ਤੋਂ ਭਰੋਸਾ ਕਰਦੇ ਆ ਰਹੇ ਨੇ। ਉਹ ਦਰਬਾਰ ਸਾਹਿਬ ਤੇ ਹਮਲੇ ਦਾ ਕੁਐਸਚਨ ਹੋਵੇ, ਉਦੋਂ ਬਾਅਦ ਦੀਆਂ ਕਿਤਾਬਾਂ ਲਿਖਦੇ ਨੇ। ਉਹਦੇ ਪੱਤਰਕਾਰ ਮਾਰਕ ਟੱਲੀ, ਸਤੀਸ਼ ਜੈਕਬ, ਮਿਸਿਸ ਇੰਦਰਾ ਗਾਂਧੀ ਦੀ ਅੰਤਮ ਲੜਾਈ,
ਔਰ ਉਦੋਂ ਬਾਅਦ ਵੀ ਜਿੰਨੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਨੇ, ਚਾਹੇ ਉਹ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਦੇ ਮਾਮਲੇ ਨੇ, ਬਾਕੀ ਨੇ, ਉਹਦੇ ਨਾਲ ਜੁੜੇ ਰਹਿੰਦੇ ਨੇ। ਔਰ ਰੇਡੀਓ ਬੜਾ ਪ੍ਰਚਲਿਤ ਰਿਹਾ ਪਹਿਲਾਂ, ਤੇ ਬਾਕੀ ਉਰਦੂ ਤੇ ਹਿੰਦੀ ਖਾਸ ਤੌਰ ਤੇ ਜਿਹੜੀ ਉਹਨਾਂ ਦੀਆਂ ਸਰਵਿਸਿਜ਼ ਸੀ ਕਾਫੀ ਰਹੀਆਂ ਨੇ। ਅੱਜ ਕੱਲ੍ਹ ਉਹ ਪੰਜਾਬੀ ਚ ਵੀ ਚਲਾ ਰਹੇ ਨੇ। ਪਰ ਪਿਛਲੇ ਦਿਨਾਂ ਦੇ ਵਿੱਚੋਂ ਜਿਹੜਾ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਵਿਵਾਦ ਪੈਦਾ ਹੋਇਆ ਇਸ ਮਾਮਲੇ 'ਚ, BBC ਦੀ ਡਾਕੂਮੈਂਟਰੀ, ਦਸਤਾਵੇਜ਼ੀ। ਉਹ ਦਸਤਾਵੇਜ਼ ਕੀ ਨੇ? ਜਿਹੜੇ 2002 ਦੇ ਗੁਜਰਾਤ ਦੇ ਵਿੱਚ ਹੋਏ ਜਿਹੜੇ ਦੰਗੇ ਨੇ, ਜਿਨ੍ਹਾਂ ਨੂੰ ਦੰਗਿਆਂ ਦਾ ਹਵਾਲਾ ਦਿੱਤਾ ਜਾਂਦਾ ਹੈ, ਉਹ ਜਿਹੜੇ 2 ਭਾਗਾਂ ਦੇ ਵਿੱਚ ਜਾਰੀ ਹੋਈ ਹੈ ਡਾਕੂਮੈਂਟਰੀ, ਉਹਦੇ ਤੇ ਨਾ ਕੇਵਲ ਸਾਰੇ ਪਲੇਟਫਾਰਮਾਂ ਤੋਂ ਹਟਾਉਣ ਤੋਂ ਬਾਅਦ ਇੱਕ ਵਿਵਾਦ ਚੱਲਦਾ ਹੈ, ਔਰ ਆ ਜਿਹੜੇ YouTube ਸੀ, Facebook ਜਾਂ ਸਾਰਿਆਂ ਤੋਂ ਜਿੱਥੇ ਕਿਤੇ ਵੀ ਉਹ ਚੱਲਦੀ ਸੀ ਹਟਾਈ, ਬਲਕਿ ਜਿਨ੍ਹਾਂ ਨੇ ਉਹਨੂੰ ਦਿਖਾਉਣ ਦੀ ਟਰਾਈ ਕੀਤੀ, ਨਾ ਰੋਕ ਲਾਉਣ ਦੇ, ਲੀਗਲੀ ਰੋਕ ਨਾ ਵੀ ਲਾਉਣ ਦੇ ਬਾਵਜੂਦ ਉੱਥੇ ਪਰਚੇ ਵੀ ਦਰਜ ਹੋਏ ਵੱਖ-ਵੱਖ ਵਿਦਿਆਰਥੀਆਂ ਤੇ ਵੀ, ਵੱਖ-ਵੱਖ ਜਗ੍ਹਾ ਤੇ ਵੀ। ਪਰ ਅਸਲ 'ਚ ਡਿਬੇਟ ਉਦੋਂ ਬਾਅਦ ਜ਼ਿਆਦਾ ਹੋਰ ਤੇਜ਼ ਹੋ ਗਈ ਹੈ ਇਸ ਮਾਮਲੇ ਦੇ ਵਿੱਚ, ਜਦੋਂ ਇਨਕਮ ਟੈਕਸ ਦੀਆਂ ਟੀਮਾਂ BBC ਦੇ ਦਿੱਲੀ ਤੇ ਮੁੰਬਈ ਦੇ ਦਫ਼ਤਰਾਂ ਦੇ ਵਿੱਚ 3 ਦਿਨ ਤੱਕ ਲਗਾਤਾਰ ਖੰਗਾਲਦੀਆਂ ਨੇ ਉਹਦਾ ਰਿਕਾਰਡ, ਉਹਦਾ ਬਾਕੀ ਸਾਰਾ ਕੁਝ। ਉਦੋਂ ਇਹ ਇੰਟਰਨੈਸ਼ਨਲ ਮੀਡੀਆ, ਨੈਸ਼ਨਲ ਮੀਡੀਆ ਤੇ ਬਾਕੀ ਮਤਲਬ ਇਹਦੇ ਤੇ ਚਰਚਾਵਾਂ ਦਾ ਇੱਕ ਦੌਰ ਚੱਲਦਾ ਹੈ। ਇਹ ਕੋਈ ਪਹਿਲੀ ਗੱਲ ਵੀ ਨਹੀਂ ਸਾਡੇ ਦੇਸ਼ ਦੇ ਵਿੱਚ। 1971 ਚ ਇੰਦਰਾ ਗਾਂਧੀ ਨੇ ਵੀ BBC ਨੂੰ ਬਾਹਰ ਕੱਢਣ ਦਾ ਫੈਸਲਾ ਕਰ ਲਿਆ ਸੀ, ਤੇ ਉਦੋਂ ਬਾਅਦ 1975 ਦੀ ਐਮਰਜੈਂਸੀ ਵੇਲੇ ਵੀ ਐਵੇਂ ਹੋਇਆ, ਵਿਦੇਸ਼ੀ ਕਾਫੀ ਜ਼ਿਆਦਾ ਪੱਤਰਕਾਰਾਂ ਨੂੰ ਬਾਹਰ ਜਾਣ ਦਾ ਹਦਾਇਤ ਹੋ ਗਈ ਸੀ। ਪਰ ਉਦੋਂ ਬਾਅਦ ਲਗਾਤਾਰ ਉਸ ਪ੍ਰਾਈਮ ਮਿਨਿਸਟਰ ਨੇ ਵੀ 80 ਚ ਦੁਬਾਰਾ ਮੁੜ ਕੇ ਜਦੋਂ ਆਏ, ਇੰਟਰਵਿਊਆਂ ਦਿੱਤੀਆਂ, ਇਹ ਵੀ ਕਿਹਾ ਕਿ ਸਾਨੂੰ ਫਾਇਦੇ ਨਾਲੋਂ ਨੁਕਸਾਨ ਬਣ ਕੇ ਕਈ ਵਾਰ ਜ਼ਿਆਦਾ ਹੀ ਹੋਇਆ। ਅੱਜ ਜਿਹੜਾ ਮਾਹੌਲ ਦੇ ਵਿੱਚ ਇਹ ਸਾਰਾ ਕੁਝ ਰੋਕ ਜਾਂ ਬਾਕੀ ਚੀਜ਼ਾਂ ਲੱਗ ਰਹੀਆਂ ਨੇ, ਕੀ ਇਹ ਅੱਜ ਵੀ ਉਹੀ ਕਿਹਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰੋਕ ਲਗਾ ਕੇ ਫਾਇਦੇ ਨਾਲ ਨੁਕਸਾਨ ਜ਼ਿਆਦਾ ਹੋ ਰਿਹਾ, ਜਾਂ ਇਹਦੇ ਨਾਲ ਅਸੀਂ ਸਾਰੀਆਂ ਚੀਜ਼ਾਂ ਨੂੰ ਬੰਦ ਕਰ ਸਕਦੇ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਫਾਇਦਾ ਜ਼ਿਆਦਾ ਲੈ ਰਿਹਾ ਆਪਣੇ ਆਪ ਨੂੰ? ਦੇਖੋ, ਮੈਨੂੰ ਲੱਗਦਾ ਇੱਕ ਤਾਂ ਇੱਕ ਸਿਨਿਕਲ ਵਿਊ ਇਹ ਜ਼ਰੂਰ ਬਣਦਾ ਕਿ ਸਰਕਾਰ ਨੇ ਜਿਸ ਤਰੀਕੇ ਨਾਲ BBC ਦੇ ਅਗੇਂਸਟ ਐਕਸ਼ਨ ਲਿਆ ਹੈ, ਇੱਕ ਤਾਂ ਕੋਈ ਅਜਿਹਾ ਬੰਦਾ ਹਾਲੇ ਤੱਕ ਸਾਡੀ ਨਜ਼ਰ ਵਿੱਚ ਨਹੀਂ ਆਇਆ, ਪ੍ਰਿੰਟ ਮੀਡੀਆ ਦੇ ਵਿੱਚ ਜਾਂ ਆਡੀਓ ਵਿਜ਼ੂਅਲ ਮੀਡੀਆ ਦੇ ਵਿੱਚ, ਜਿਹੜਾ ਇਸ ਗੱਲ ਨੂੰ ਰੈਫਰੈਂਸ ਨਾ ਕਰਦਾ ਹੋਵੇ ਕਿ ਜੀ BBC ਦੇ ਦਫ਼ਤਰਾਂ ਉੱਤੇ ਇਹ ਛਾਪੇ ਕੰਮ ਸਰਵੇ ਉਸ ਡਾਕੂਮੈਂਟਰੀ ਤੋਂ 3 ਹਫ਼ਤਿਆਂ ਤੋਂ ਬਾਅਦ ਆਏ ਨੇ। ਸੋ ਇੱਕ ਕੋਰਿਲੇਸ਼ਨ ਤਾਂ ਝੱਟ ਬਣ ਜਾਂਦਾ, ਭਾਵੇਂ ਇੱਕ ਦੂਜੇ ਦਾ ਕਾਜ਼ ਹੋਵੇ ਜਾਂ ਨਾ। BBC ਨੇ ਸੱਚਮੁੱਚ ਕਾਨੂੰਨ ਦੇ ਵਿੱਚ ਕਿਹੜੀਆਂ ਇਹੋ ਜਿਹੀਆਂ ਉਲੰਘਣਾਵਾਂ ਕੀਤੀਆਂ ਨੇ, ਮੈਂ ਟੈਕਸਮੈਨ ਨਹੀਂ ਹੈਗਾ, ਪਰ ਇੱਕ ਪੱਤਰਕਾਰ ਦੇ ਤੌਰ ਦੇ ਉੱਤੇ ਤੇ ਇੱਕ ਨਾਗਰਿਕ ਦੇ ਤੌਰ ਦੇ ਉੱਤੇ ਮੈਨੂੰ ਇਹ ਜ਼ਰੂਰ ਦਿਖਾਈ ਦਿੰਦਾ ਹੈ ਕਿ ਆਪਟਿਕਸ ਜਿਹੜੀ ਹੈ ਇਹਦੀ ਉਹ ਕਾਫੀ ਖਰਾਬ ਹੈ। 3 ਕੇਸਿਸ ਹੋ ਸਕਦੇ ਨੇ, ਜਾਂ BBC ਨੇ ਸੱਚਮੁੱਚ ਕੋਈ ਇੰਨੀਆਂ ਉਲੰਘਣਾਵਾਂ ਕੀਤੀਆਂ ਨੇ ਜਿਹੜੀਆਂ ਇੰਨੀਆਂ ਗੰਭੀਰ ਨੇ, ਜਿਹਦੇ ਰਿਸਪੌਂਸ ਦੇ ਵਿੱਚ ਇਨਕਮ ਟੈਕਸ ਨੂੰ ਅਜਿਹਾ ਐਕਸ਼ਨ ਲੈਣਾ ਹੀ ਚਾਹੀਦਾ ਸੀ। ਦੂਸਰਾ ਕਾਰਨ ਇਹ ਹੋ ਸਕਦਾ ਹੈ ਕਿ BBC ਦੀ ਡਾਕੂਮੈਂਟਰੀ ਤੋਂ ਬਾਅਦ ਸੱਚਮੁੱਚ ਸਰਕਾਰ ਦੇ ਵਿੱਚ ਕਿਸੇ ਨੂੰ ਇੰਨਾ ਗੁੱਸਾ ਹੈ ਕਿ ਉਸਨੇ ਸੋਚਿਆ ਸਬਕ ਸਿਖਾ ਦਿੱਤਾ ਜਾਵੇ। ਤੀਸਰਾ ਐਕਸ਼ਨ ਇਹ ਇੱਕ ਕਾਰਨ ਹੋ ਸਕਦਾ ਹੈ ਕਿ ਹੁਣ ਸਰਕਾਰ ਨੇ ਆਪਣੀ ਕਾਰਜਵਿਧੀ ਅਨੁਸਾਰ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਡੋਮੈਸਟਿਕ ਮੀਡੀਆ ਨੂੰ ਪਾਲਤੂ ਕਰ ਲਿਆ ਹੋਇਆ, ਉਸੇ ਤਰੀਕਿਆਂ ਦੇ ਨਾਲ, ਉਹਨਾਂ ਹੀਲਿਆਂ ਦੇ ਨਾਲ ਹੀ ਹੁਣ ਵਿਦੇਸ਼ੀ ਮੀਡੀਆ ਨੂੰ ਵੀ ਚੁੱਪ ਕਰਾਉਣ ਦੇ ਲਈ ਇੱਕ ਵੱਡਾ ਸਿਗਨਲ ਭੇਜਿਆ ਜਾ ਰਿਹਾ। ਤਿੰਨਾਂ ਹੀ ਤਰੀਕਿਆਂ ਦੇ ਵਿੱਚ ਇਹ ਸਮਝ ਨਹੀਂ ਆਉਂਦਾ ਕਿ ਇਹਦੇ ਵਿੱਚ ਸਮਝਦਾਰੀ ਕਿੱਥੇ ਵਰਤੀ ਗਈ ਹੈ ਤੇ ਸਰਕਾਰ ਦਾ ਫਾਇਦਾ ਕਿਵੇਂ ਹੋਵੇਗਾ। ਜੇ BBC ਨੇ ਸੱਚਮੁੱਚ ਕੋਈ ਉਲੰਘਣਾਵਾਂ ਕੀਤੀਆਂ ਸੀ ਤਾਂ ਭਾਈ ਤੁਸੀਂ ਥੋੜਾ ਜਿਹਾ ਹੋਰ ਸਬਰ ਕਰ ਲਵੋ, ਤਾਂ ਜੋ ਲੋਕ ਝੱਟ ਦੇ ਨੇ ਇਸ ਨੂੰ ਡਾਕੂਮੈਂਟਰੀ ਦੇ ਨਾਲ ਰਿਲੇਟ ਨਾ ਕਰਨ। ਜੇ ਤੁਹਾਨੂੰ ਸੱਚਮੁੱਚ ਗੁੱਸਾ ਆਇਆ ਕਿ BBC ਨੇ ਬੜਾ ਨੁਕਸਾਨ ਕਰ ਦਿੱਤਾ ਉਹ ਡਾਕੂਮੈਂਟਰੀ ਦਿਖਾ ਕੇ ਤੇ ਮੋਦੀ ਸਾਹਿਬ ਦੀ ਛਵੀ ਬੜੀ ਖਰਾਬ ਹੋ ਗਈ ਹੈ, ਤਾਂ ਵੀ ਭਾਈ ਥੋੜਾ ਜਿਹਾ ਸਬਰ ਕਰ ਲਵੋ। ਅਸੀਂ ਉਹ ਪੁਰਾਣੀ ਗੋਡਫਾਦਰ ਫਿਲਮ ਦੇਖਦੇ ਸੀ, ਉਹ ਕਹਿੰਦਾ ਰਿਵੈਂਜ ਇਜ਼ ਅ ਡਿਸ਼ ਬੈਸਟ ਸਰਵਡ ਕੋਲਡ। ਇਹ ਇਹੋ ਜੀ ਬਦਲਾ ਜਿਹੜਾ ਹੁੰਦਾ, ਇਹੋ ਜੀ ਡਿਸ਼ ਹੁੰਦੀ ਹੈ, ਇਹ ਐਨ ਠੰਡੀ ਠੰਡੀ ਸਰਵ ਕਰੀਦੀ ਹੈ ਪੂਰੀ 10 ਸਾਲਾਂ ਬਾਅਦ ਵੀ ਉਹ ਪਿਆ ਤੁਹਾਡਾ ਸਿਰ ਅਟਾ ਕੇ ਗਾਟੇ ਨਾਲੋਂ, ਕਿਉਂਕਿ ਤੁਸੀਂ ਇੱਕ ਵਾਰੀ ਇਦਾਂ ਕੀਤਾ ਸੀ। ਇਹ ਸਰਕਾਰ ਨੂੰ ਇਹ ਸਬਰ ਨਹੀਂ ਆਇਆ। ਤੇ ਤੀਸਰਾ, ਜੇ ਉਹਨਾਂ ਨੇ ਸੋਚਿਆ ਕਿ ਬਾਕੀ ਦੇ ਫੋਰਨ ਮੀਡੀਆ ਨੂੰ ਚੁੱਪ ਕਰਾ ਦਿੱਤਾ ਜਾਵੇਗਾ, ਤੇ ਅਸੀਂ ਇੱਕ ਚੀਜ਼ ਨੂੰ ਨੋਟਿਸ ਕਰੀਏ ਕਿ ਫੋਰਨ ਕੋਰਸਪੋਂਡੈਂਟ ਨਾਮ ਦੀ ਚੀਜ਼ ਅੱਜ ਤੋਂ ਕੋਈ 25 ਸਾਲ ਪਹਿਲਾਂ, ਜਾਂ ਜਿਸ ਦਾ ਸਮੇਂ ਦਾ ਤੁਸੀਂ ਜ਼ਿਕਰ ਕੀਤਾ ਇੰਦਰਾ ਗਾਂਧੀ ਵੇਲਿਆਂ ਦਾ, ਜਿਸ ਨੂੰ ਲਗਭਗ ਅੱਧੀ ਸਦੀ ਬੀਤ ਗਈ ਹੁਣ ਐਮਰਜੈਂਸੀ ਨੂੰ, ਉਹ ਇੱਕ ਡਿਫਰੈਂਟ ਬਲਾਂ ਦਾ ਨਾਮ ਹੁੰਦਾ ਸੀ।
ਇਹ ਫੋਰਨ ਕੋਰੈਸਪੋਂਡੈਂਟ ਉਹ ਹੁੰਦੇ ਸਨ ਜਿਹੜੇ ਦੂਸਰੇ ਦੇਸ਼ਾਂ ਤੋਂ ਆਉਂਦੇ ਸਨ, ਸਾਡੇ ਦੇਸ਼ ਦੇ ਵਿੱਚ, ਦਿੱਲੀ ਦੇ ਵਿੱਚ, ਬੰਬੇ ਦੇ ਵਿੱਚ ਰਹਿ ਕੇ, ਦੇਸ਼ ਦੇ ਵਿੱਚ ਜਗ੍ਹਾ ਦੇ ਉੱਤੇ ਜਾ ਕੇ ਪੱਤਰਕਾਰਿਤਾ ਕਰਦੇ ਸਨ। ਇਹਦੇ 'ਚ ਥੋੜ੍ਹਾ ਜਿਹਾ ਪੈਰਾਸ਼ੂਟ ਜਰਨਲਿਜ਼ਮ ਵੀ ਇਨਵੋਲਵਡ ਹੁੰਦਾ ਸੀ ਕਿ ਤੁਸੀਂ ਹੁਣੇ ਬਾਹਰੋਂ ਆਏ, ਅੱਜ ਹੀ ਇੰਨੇ ਕੰਪਲੈਕਸ ਦੇਸ਼ ਨੂੰ ਸਮਝਿਆ ਤੇ ਝੱਟ ਦੇ ਨੇ ਰਿਪੋਰਟਿੰਗ ਸ਼ੁਰੂ ਕਰ ਦਿੱਤੀ। ਜਾਂ ਸਾਡੇ ਰੈਜ਼ੀਡੈਂਟ ਫੋਰਨ ਕੋਰੈਸਪੋਂਡੈਂਟ ਹੁੰਦੇ ਸੀ ਮਾਰਕ ਟੂਲੀ ਵਰਗੇ, ਜਿਹੜੇ ਇੱਕ ਲੰਬਾ ਸਮਾਂ ਰਹਿ ਕੇ ਦੇਸ਼ ਨੂੰ ਸਮਝਦੇ ਸਨ। ਇੰਟਰਨੈਟ ਤੋਂ ਬਾਅਦ ਤੇ ਗਲੋਬਲਾਈਜੇਸ਼ਨ ਤੋਂ ਬਾਅਦ ਮਾਰਸ਼ਲ ਮੈਕਲੂਹਾਨ ਨੇ ਸਾਨੂੰ ਉਸੇ ਵੇਲੇ ਕਹਿ ਦਿੱਤਾ ਸੀ ਕਿ ਗਲੋਬਲ ਵਿਲੇਜ ਬਣ ਰਿਹਾ। ਉਹਨਾਂ ਨੇ ਇਹ ਟਰਮ ਪਹਿਲੀ ਵਾਰੀ ਬਣਾਈ ਸੀ ਕਿ ਸਭ ਕੁੱਲ ਆਲਮ ਜਿਹੜਾ ਹੈ ਉਹ ਇੱਕ ਪਿੰਡ ਵਰਗਾ ਹੁੰਦਾ ਜਾ ਰਿਹਾ। ਜਿਸ ਵੇਲੇ ਗਲੋਬਲਾਈਜੇਸ਼ਨ ਹੋ ਜਾਂਦੀ ਹੈ ਤਾਂ ਫੋਰਨ ਕੋਰੈਸਪੋਂਡੈਂਟ ਦੇ ਮਾਇਨੇ ਬਦਲ ਜਾਂਦੇ ਨੇ। ਉਹ ਆਲਰੇਡੀ ਪਹਿਲਾਂ ਹੀ ਬਹੁਤ ਤਰੀਕਿਆਂ ਦੇ ਨਾਲ ਜੁੜਿਆ ਹੁੰਦਾ ਹੈ। ਜਦੋਂ ਅਸੀਂ ਪਹਿਲਾਂ ਫੋਰਨ ਕੋਰੈਸਪੋਂਡੈਂਟ ਨੂੰ ਦੇਖਦੇ ਸੀ, ਉਹ ਇੱਕ ਆਪਣੇ ਨੈਸ਼ਨਲਿਸਟ ਐਂਗਲ ਤੋਂ ਰਿਪੋਰਟ ਕਰਦਾ ਸੀ। ਜੇ ਕੋਈ ਬ੍ਰਿਟਿਸ਼ ਕੋਰੈਸਪੋਂਡੈਂਟ ਇੱਥੇ ਬੈਠਾ ਤਾਂ ਉਹ ਬ੍ਰਿਟੇਨ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਰਿਪੋਰਟ ਕਰਦਾ ਸੀ। ਅਮਰੀਕਾ ਦੇ ਹਿੱਤਾਂ ਨੂੰ ਮੁੱਖ ਰੱਖ ਕੇ। ਜ਼ਿਨਹੁਆ ਦਾ ਕੋਰੈਸਪੋਂਡੈਂਟ ਚਾਈਨਾ ਦਾ ਦਿੱਲੀ 'ਚ ਬੈਠ ਕੇ ਚਾਈਨਾ ਦੇ ਹਿੱਤਾਂ ਨੂੰ ਮੁੱਖ ਰੱਖ ਕੇ। ਤੁਹਾਨੂੰ ਮੈਂ ਜੇ ਕੁਇਕਲੀ ਐਗਜ਼ਾਮਪਲ ਸੋਚਾਂ, ਵੀਅਤਨਾਮ ਵਾਰ ਦੇ ਵਿੱਚ ਫੋਰਨ ਕੋਰੈਸਪੋਂਡੈਂਟ ਦੋ ਤਰੀਕੇ ਦੇ ਨਿਕਲੇ ਔਰ ਫਰੋਮ ਵਿਦਿਨ ਦਾ ਅਮਰੀਕਨ ਕੋਰੈਸਪੋਂਡੈਂਟਸ ਵੀ ਉਹਨਾਂ ਦੇ ਵਿੱਚ ਡਿਵਾਈਡ ਆਈ। ਕੁਝ ਵੀਅਤਨਾਮ ਦੇ ਵਿੱਚ ਮਨੁੱਖੀ ਅਧਿਕਾਰਾਂ ਨਾਲ ਕੀ ਹੋ ਰਿਹਾ ਸੀ ਉਸ ਨੂੰ ਐਂਗਲ ਬਣਾ ਕੇ ਕਹਿ ਰਹੇ ਸਨ, ਤੇ ਕੁਝ ਜਿਹੜੇ ਨੇ ਉਹ ਅਮਰੀਕਾ ਦੇ ਹਿੱਤ ਕਿੱਥੇ ਪਏ ਨੇ ਤੇ ਕਿੰਨਾ ਨੁਕਸਾਨ ਹੋ ਰਿਹਾ ਉਸ ਨੂੰ ਐਂਗਲ ਬਣਾ ਕੇ ਰਿਪੋਰਟਿੰਗ ਕਰ ਰਹੇ ਸਨ। ਬਲਕਿ ਉਹਨਾਂ ਗਰੁੱਪਾਂ ਦੇ ਨਾਮ ਰੱਖੇ ਗਏ ਕਿ ਇਹ ਵਾਸ਼ਿੰਗਟਨ ਕੋਰੈਸਪੋਂਡੈਂਟ ਨੇ, ਇਹ ਸਾਈਗੋਨ ਕੋਰੈਸਪੋਂਡੈਂਟ ਨੇ, ਕਿਉਂਕਿ ਇਹ ਸਾਈਗੋਨ ਨੂੰ ਮੁੱਖ ਰੱਖ ਕੇ ਕਰਦੇ ਨੇ। ਅੱਜ ਦੀ ਤਾਰੀਖ ਦੇ ਵਿੱਚ BBC ਨੇ ਜਿਹੜੀ ਮੋਦੀ ਸਾਹਿਬ ਦੇ ਉੱਤੇ ਡਾਕੂਮੈਂਟਰੀ ਕੀਤੀ ਸੀ, ਉਹ ਕਿਸ ਕਿਸਮ ਦੇ ਫੋਰਨ ਕੋਰੈਸਪੋਂਡੈਂਸ ਦਾ ਹਿੱਸਾ ਹੈ? ਤੁਸੀਂ ਦੇਖੋ, ਜਿਸ ਵੇਲੇ ਦੇਸ਼ ਦੇ ਵਿੱਚ ਨੁਮਾਇਆ ਮੀਡੀਆ ਹਾਊਸਿਸ ਨੂੰ ਚੁੱਪ ਕਰਾ ਦਿੱਤਾ ਗਿਆ ਹੋਵੇ, ਉਸ ਵੇਲੇ ਆਲਮੀ ਮੀਡੀਆ ਹਾਊਸਿਸ ਉਹ ਸੱਚ ਬੋਲਣ ਦੀ ਕੁਵਤ ਰੱਖਦੇ ਸਨ ਜਿਨ੍ਹਾਂ ਨੂੰ ਇੱਥੇ ਚੁੱਪ ਕਰਾ ਦਿੱਤਾ ਗਿਆ। ਇੱਕ ਇਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਇੱਕ ਚਿਲ ਫੈਕਟਰ ਹੁੰਦਾ। ਤੁਸੀਂ ਕਿਸੇ ਇੱਕ ਦੇ ਖਿਲਾਫ ਐਡਾ ਵੱਡਾ ਐਕਸ਼ਨ ਲਓ ਕਿ ਬਾਕੀ ਜਗ੍ਹਾ ਦੇ ਉੱਤੇ ਠੰਡ ਵਰਤ ਜਾਵੇ। ਸਾਡੇ ਇੱਥੇ ਚਿਲ ਫੈਕਟਰ ਦੇ ਵਿੱਚ ਬਹੁਤ ਸਾਰਾ ਜਿਹੜਾ ਮੀਡੀਆ ਦਾ ਹਿੱਸਾ ਹੈ ਉਹ ਜਾਂ ਬਹੁਤ ਬੋਝ ਕੇ ਪੈਰ ਧਰ ਰਿਹਾ, ਜਾਂ ਗੱਲ ਹੀ ਨਹੀਂ ਕਰ ਰਿਹਾ, ਜਾਂ ਸਰਕਾਰ ਦੀ ਗੋਦੀ ਚੜ ਗਿਆ। ਜਿਹੜੇ ਸਰਕਾਰ ਦੇ ਅਗੇਂਸਟ ਲਿਖਦੇ ਵੀ ਨੇ ਜਾਂ ਖੁੱਲ ਕੇ ਸਵਾਲ ਕਰਦੇ ਨੇ, ਉਹਨਾਂ ਦੇ ਸਵਾਲਾਂ ਦੇ ਵਿੱਚ ਵੀ ਇੱਕ ਸੈਲਫ ਸੈਂਸਰਸ਼ਿਪ ਦਾ ਐਲੀਮੈਂਟ ਹੈ। ਅਸੀਂ ਉਹ ਸਭ ਕਹਿਣ ਲਈ ਆਜ਼ਾਦ ਨਹੀਂ ਆ ਜਿਹੜਾ ਸਾਡਾ ਕਹਿ ਦੇਣ ਦਾ ਦਿਲ ਕਰਦਾ ਹੈ, ਜਦੋਂ ਕਿ ਅਸੀਂ ਉਹਨਾਂ ਆਜ਼ਾਦੀਆਂ ਦੀਆਂ ਆਊਟਰ ਬਾਉਂਡਰੀਜ਼ ਨੂੰ ਲਗਾਤਾਰ ਧੱਕਦੇ ਹਾਂ। ਅਸੀਂ ਉਹ ਸਵਾਲ ਚੁੱਕਦੇ ਰਹਿੰਦੇ ਹਾਂ। ਤੁਸੀਂ ਹੁਣ ਗੱਲ ਕੀਤੀ ਕਿ ਕੀ ਇਹਦੇ ਨਾਲ ਹੋਰ ਜ਼ਿਆਦਾ ਨੁਕਸਾਨ ਨਹੀਂ ਹੋਏਗਾ ਸਗੋਂ ਸਰਕਾਰ ਨੂੰ, ਜਿਸ ਤਰੀਕੇ ਨਾਲ ਸਰਕਾਰ ਨੇ ਐਕਟ ਕੀਤਾ? ਸੀਨੀਕਲੀ ਤਾਂ ਲੋਕ ਕਹਿੰਦੇ ਨੇ ਕਿ ਦੇਖੋ ਸਰਕਾਰ ਨੇ ਮਾੜੇ ਤਰੀਕੇ ਨਾਲ ਕੀਤਾ, ਪਰ ਇੱਕ ਗੱਲ ਤਾਂ ਸੱਚ ਹੈ ਨਾ ਕਿ ਇੱਕ ਚਿਲ ਫੈਕਟਰ ਤਾਂ ਫੈਲੇਗਾ ਨਾ ਵੀਰ ਜੀ। ਇੱਕ ਚਿਲ ਫੈਕਟਰ ਤਾਂ ਫੈਲੇਗਾ। ਇਸ ਦੇਸ਼ ਦੇ ਵਿੱਚ ਕੋਈ ਟ੍ਰੈਡੀਸ਼ਨ ਪਹਿਲਾਂ ਘੱਟ ਨਹੀਂ ਰਹੀ ਫੋਰਨ ਕੋਰੈਸਪੋਂਡੈਂਟਸ ਨੂੰ ਵੀਜ਼ੇ ਨਾ ਦੇਣ ਦੀ, ਉਹਨਾਂ ਨੂੰ ਦੇਸ਼ ਵਿੱਚੋਂ ਕੱਢ ਦੇਣ ਦੀ। ਇਹਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਉਹ ਸਾਰੇ ਵਿਦੇਸ਼ੀ ਨਾਮ ਨੇ। ਮੈਂ ਪੰਜਾਬੀ ਦੇ ਚੈਨਲ ਦੇ ਉੱਤੇ ਬਹੁਤ ਸਾਰੇ ਨਾਮ ਨਹੀਂ ਸੁੱਟਣਾ ਚਾਹ ਰਿਹਾ, ਪਰ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ। ਤੁਸੀਂ ਗੱਲ ਕੀਤੀ ਕਿ 71 ਦੀ ਵਾਰ ਵੇਲੇ 75 ਦੀ ਐਮਰਜੈਂਸੀ ਵੇਲੇ ਕੱਢਿਆ ਗਿਆ। ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅੰਮ੍ਰਿਤਸਰ ਦੇ ਵਿੱਚੋਂ ਪੱਤਰਕਾਰਾਂ ਨੂੰ ਕਿਸ ਤਰੀਕੇ ਨਾਲ ਕੱਢਿਆ ਗਿਆ ਆਪਰੇਸ਼ਨ ਬਲੂ ਸਟਾਰ ਤੋਂ ਜਸਟ ਪਹਿਲਾਂ। ਤੇ ਜੇ ਕੋਈ ਇੱਕ ਅੱਧਾ ਅੰਦਰ ਰਹਿ ਗਿਆ ਬ੍ਰਹਮ ਚਲਾਨੀ ਵਰਗਾ, ਤਾਂ ਫਿਰ ਉਹਨਾਂ ਨੇ ਕਿਸ ਕਿਸਮ ਦਾ ਸੱਚ ਬਾਹਰ ਲੈ ਕੇ ਆਏ। ਜੇ ਮਾਰਕ ਟਲੀ ਦੀ ਕਿਤਾਬ ਇੰਨੀ ਮਕਬੂਲ ਹੋਈ ਤਾਂ ਇਸ ਲਈ ਕਿਉਂਕਿ ਆਵਾਜ਼ ਹੀ ਇੱਕੋ ਬਚੀ ਸੀ। ਲੋਕ ਤਾਂ ਇਹ ਯਕੀਨ ਹੀ ਕਰਨਾ ਚਾਹੁੰਦੇ ਸੀ ਕਿ ਭਿੰਡਰਾਂਵਾਲਾ ਮਾਰਿਆ ਗਿਆ ਕਿ ਨਹੀਂ। ਉਹ ਕਹਿੰਦੇ ਜਿੱਦਣ BBC ਤੇ ਖਬਰ ਆ ਗਈ ਉਦਣ ਮੰਨਾਂਗੇ। ਅਸੀਂ ਤਾਂ ਸਾਹਮਣੇ ਦੇਖਿਆ ਆਪਣੇ। ਅੱਜ ਕਸ਼ਮੀਰ ਵਾਲੇ ਕਿਸ ਮੀਡੀਆ ਦੇ ਉੱਤੇ ਜ਼ਿਆਦਾ ਇਤਬਾਰ ਕਰਦੇ ਨੇ? ਤੇ ਜੇ ਵਿਦੇਸ਼ੀ ਮੀਡੀਆ ਦੀ ਇੰਨੀ ਪੈਂਠ ਹੈ ਜਾਂ ਉਹਦੇ ਤੇ ਲੋਕਾਂ ਦਾ ਵਿਸ਼ਵਾਸ ਵੱਧਦਾ ਹੈ, ਤਾਂ ਉਹ ਇਸ ਕਰਕੇ ਕਿ ਸਾਡਾ ਆਪਣਾ ਮੀਡੀਆ ਉਹ ਗੱਲਾਂ ਕਹਿਣ ਲਈ ਅਜੇ ਆਜ਼ਾਦ ਨਹੀਂ ਹੈ। ਬਹੁਤ ਵਾਰੀ ਜਿਹੜਾ ਇਹ ਨਾਰਮਲ ਗੱਲ ਹੈ ਕਿ ਜਦੋਂ ਕਿਸੇ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼, ਹੁਣ ਉਹ ਡਾਕੂਮੈਂਟਰੀ ਹੈ ਜੀ, ਤੇ ਤੁਸੀਂ ਡਾਕੂਮੈਂਟਰੀ ਨੂੰ ਬਾਰ-ਬਾਰ ਲੋਕਾਂ ਦੇ ਜ਼ਿਹਨ ਦਾ ਹਿੱਸਾ ਬਣਾ ਰਹੇ ਹੋ। ਜਦੋਂ ਤੁਸੀਂ ਬਿਲਕੁਲ। ਉਹਨੂੰ ਕਹਿੰਦੇ ਹੋ ਨਾ ਕਿ ਇਹਨੂੰ ਬੰਦ ਕਰ ਦਿਓ ਜਾਂ ਬਾਕੀ ਹੈ, ਬਿਲਕੁਲ, ਇੱਕ ਨੈਚੁਰਲ ਇੱਕ ਸਾਇੰਟੀਫਿਕ ਉਹ ਵੀ ਹੈ ਵੀ ਜਿੰਨਾ ਤੁਸੀਂ ਦਬਾਓਗੇ ਤੇ ਉਹਨਾਂ ਵਿਸਫੋਟਕ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਜਿਹੜੀ ਚੀਜ਼ ਸਭ ਦੇ ਸਾਹਮਣੇ ਆਉਂਦੀ ਹੈ। ਇਸੇ ਤਰ੍ਹਾਂ ਦੁਨੀਆ ਪੱਧਰ ਤੇ ਜਿੰਨੇ ਅਖਬਾਰਾਂ ਨੇ ਲਿਖਿਆ, ਨਿਊਯਾਰਕ ਟਾਈਮ ਜਿੰਨੇ ਕਿਤੇ ਲਿਖਿਆ ਵੀ ਫਿਰ ਇੰਡੀਆ ਹੁਣ ਇਹਦਾ ਮਤਲਬ ਦੁਨੀਆ ਦੀ ਸਭ ਤੋਂ ਬੜੀ ਜਮਹੂਰੀਅਤ ਕਹਾਉਣ ਦਾ ਜਿਹੜਾ ਆਪਣੇ ਕਲਗੀ ਟੰਗਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹ ਤੇ ਦਾਗ ਇਹੋ ਲੱਗ ਜਿਹੇ ਗਿਆ। ਮਾਮਲੇ ਉਹਦੇ ਤੇ ਦਾਗ ਲੱਗ ਹੀ ਗਿਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਲੱਗ ਰਿਹਾ। ਬਿਲਕੁਲ। ਦੂਜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਾਡਾ ਗਲੋਬਲ ਪ੍ਰਭਾਵ ਵੱਧ ਰਿਹਾ। ਹੂੰ। ਹੋ ਸਕਦਾ ਗਲੋਬਲ ਪ੍ਰਭਾਵ ਵੱਧ ਰਿਹਾ ਹੋਵੇ, ਖਾਸ ਤੌਰ ਤੇ ਯੂਕਰੇਨ ਰਸ਼ੀਆ ਵਾਰ ਚ ਦੇਖੋ ਜੀ, ਅਸੀਂ USA ਨਾਲ ਵੀ ਬਣਾ ਲਈ,
ਅਸੀਂ ਰੂਸ ਨਾਲ ਵੀ ਤੋੜ ਨਹੀਂ ਰਹੇ, ਸਸਤਾ ਤੇਲ ਲੈ ਲਿਆ, ਜੇ ਉਹ ਨਹੀਂ ਗੱਲਾਂ ਹੁਣ ਕਰ ਤਾਂ ਜਹਾਜ਼ਾਂ ਦੇ ਸੌਦਿਆਂ ਤੇ ਨਾਲ ਬਹੁਤ ਗਲੋਬਲ ਪ੍ਰਭਾਵ ਵੱਧ ਰਿਹਾ। ਉਹ ਪਿਛਲੇ ਜਿਹੜਾ ਹਫ਼ਤੇ 'ਚ ਤਾਂ ਬਦਲੇ। ਸਾਨੂੰ ਇਹ ਪਤਾ ਪਰ ਦੱਸਿਆ ਗਿਆ। ਕੁਐਸਚਨ ਕੇਵਲ ਇਹ ਹੈ ਕਿ ਜਿਹੜਾ ਵੈਸਟਰਨ ਮੀਡੀਆ BBC ਉਹਦਾ ਇੱਕ ਹਿੱਸਾ overall। ਬਿਲਕੁਲ, ਬਿਲਕੁਲ। ਤੇ ਜਦੋਂ ਅਮਰੀਕਾ ਦੇ ਵਿੱਚ ਟਰੰਪ ਨੇ ਵੀ ਤਾਂ ਆਪਣੇ ਵਾਂਗ ਪਾਲਤੂ ਬਣਾਉਣ ਦੀ ਟਰਾਈ ਕੀਤੀ ਸੀ ਅਮਰੀਕਨ ਬਿਲਕੁਲ, ਮੀਡੀਆ ਨੂੰ ਉਸ ਬਿਲਕੁਲ। ਲੈਵਲ ਉਹਨੇ ਤੇ। ਸੋਚਿਆ ਸੀ ਸਾਰਾ ਮੀਡੀਆ ਫੌਕਸ ਸਾਰਾ ਟੀਵੀ ਬਣ ਮੀਡੀਆ ਜਾਏ। ਸ਼ਾਇਦ ਉਸੇ ਤਰ੍ਹਾਂ ਬਣ ਜੇ, ਹੂੰ, ਪਰ ਉਹ ਇੰਨਾ ਜ਼ਿਆਦਾ ਬੂਮਰੈਂਗ ਕੀਤਾ, ਵਾਪਸ ਅਟੈਕ ਹੋਇਆ ਸਗੋਂ। ਹੂੰ। ਜਿਹੜਾ ਮਾੜਾ ਮੋਟਾ ਟਰੰਪ ਦੇ ਨਾਲ ਵੀ ਸੀ, ਉਹ ਵੀ ਸਗੋਂ ਰਾਈਵਲ ਮੀਡੀਆ ਦੇ ਤੌਰ ਬਿਲਕੁਲ। ਤੇ, ਵਿਰੋਧੀ ਮੀਡੀਆ ਦੇ ਤੌਰ ਤੇ ਦਿਖਾਈ ਦਿੱਤਾ। ਬਿਲਕੁਲ, ਇਹਦਾ ਮਤਲਬ ਇੱਕ ਮੋਰੈਲਿਟੀ ਦਾ ਕੁਐਸਚਨ ਵੀ ਮੀਡੀਆ ਦੇ ਇੱਕ ਹੁੰਦਾ ਹੈ। ਐਬਸੋਲੂਟਲੀ। ਇੱਕ ਹਿਸਟੋਰੀਕਲੀ ਤੁਹਾਡੀ ਇੱਕ ਇੱਜ਼ਤ ਬਣਾਈ ਹੁੰਦੀ ਹੈ, ਜਾਂ ਤੁਸੀਂ ਕਾਨੂੰਨੀ ਤੌਰ ਤੇ ਵੀ ਤੁਸੀਂ ਆਪਣੇ ਆਪ ਨੂੰ ਉਹਨਾਂ ਕੁ ਸੁਰੱਖਿਅਤ ਰੱਖਿਆ ਹੁੰਦਾ, ਬਾਕੀ ਚੀਜ਼ਾਂ ਦੇ ਮਾਮਲੇ ਦੇ ਵਿੱਚ ਵੀ। ਬਿਲਕੁਲ। ਔਰ ਇਹ ਫੰਡਾ ਜਿਹੜਾ ਫਾਰਨ ਮੀਡੀਆ ਤੇ ਲਾਗੂ ਕਰਨ ਦਾ ਹੈ, ਉਹ ਕਿੰਨਾ ਕੁ ਕਾਰਗਰ ਰਹਿ ਸਕਦਾ? ਉਹ ਕਾਰਗਰ ਰਹਿਣ ਦੀਆਂ ਸੰਭਾਵਨਾਵਾਂ ਇਸ ਕਰਕੇ ਘੱਟ ਲੱਗਦੀਆਂ ਨੇ ਕਿ ਜਿਨ੍ਹਾਂ ਨੇ ਉੱਥੇ ਬੈਸਟ ਚ ਕੀਤਾ, ਹੂੰ, ਉਹ ਇਸ ਤਰੀਕੇ ਦੇ ਨਾਲ ਨਹੀਂ। ਔਰ ਦੂਜੀ ਗੱਲ, ਤੁਸੀਂ ਬਾਹਰ ਕੱਢ ਦੋਗੇ ਹੁਣ, ਹੂੰ, ਉਹ ਪੱਤਰਕਾਰਾਂ ਨੂੰ ਨਾ ਆਉਣ ਦਿਓ। ਮੰਨ ਲਓ ਹੂੰ। ਹਜੇ ਇਹ ਤਾਂ ਨਹੀਂ ਕੀਤਾ, ਉਹਦੇ ਤੇ BBC ਦੇ ਇਹੀ ਕੀਤਾ ਨਾ, ਰੇਡ ਕੀਤੀ, ਉਹਨਾਂ ਨੂੰ ਕਹਿੰਦੇ ਜੀ। ਵੀ ਇੱਥੇ ਨਹੀਂ ਅਸੀਂ ਰੱਖਣ ਦਿੰਦੇ। ਹੂੰ। ਤਾਂ ਅੱਜ ਕੱਲ੍ਹ ਦਾ ਜਰਨਲਿਸਟ ਤਾਂ ਉੱਥੇ ਬੈਠ ਕੇ ਵੀ ਉਹ ਸਾਰੀਆਂ ਰਿਪੋਰਟਾਂ, ਸਭ ਚੀਜ਼ਾਂ ਹੋ ਹੀ ਸਕਦੀਆਂ ਨੇ। ਬਿਲਕੁਲ। ਉਹਦੇ ਨਾਲ ਕੀ ਪ੍ਰੋਬਲਮ ਹੈ ਕਿ ਨਹੀਂ ਹੋ ਸਕਦੀਆਂ? ਹੂੰ, ਔਰ ਇੱਕ ਨੈਰੇਟਿਵ ਤੇ ਖੜੀ ਹੈ ਨਾ ਗਵਰਨਮੈਂਟ। ਹੂੰ, ਨੈਰੇਟਿਵ ਇੱਥੇ ਤਾਂ ਤੁਸੀਂ ਆਪਣੇ ਢੰਗ ਨਾਲ ਸਿਰ ਚਲਾਓਗੇ, ਹੂੰ। ਕੀ ਸਾਰੀ ਦੁਨੀਆ 'ਚ ਤੁਹਾਡਾ ਚੱਲੂਗਾ? ਔਰ ਭਰੋਸੇਯੋਗਤਾ ਇੱਥੇ ਵੀ ਆਪਾਂ ਦੇਖਿਆ ਕਈ ਵਾਰ, ਕਿਸੇ ਇੱਕ ਪੱਤਰਕਾਰ ਜਾਂ ਅਖਬਾਰ ਦੀ ਭਰੋਸੇਯੋਗਤਾ ਹੁੰਦੀ ਹੈ, ਉਧਰ ਲੀਡਰ ਜਾ ਕੇ ਉਹ ਆਪਣੀ ਗੱਲ ਕਹਿੰਦਾ, ਤੇ ਲੋਕ ਕਿਹਦੀ ਮੰਨਣ? ਲੋਕਾਂ ਨੇ ਤਾਂ ਜਿਹਤੇ ਜ਼ਿਆਦਾ ਭਰੋਸਾ ਕਰਨਾ ਹੈ। ਬਿਲਕੁਲ, BBC ਦੀ ਭਰੋਸੇਯੋਗਤਾ ਦੇ ਮੁਕਾਬਲੇ ਬਿਲਕੁਲ। ਨਰਿੰਦਰ ਮੋਦੀ ਜਾਂ ਸਰਕਾਰ ਦੀ ਜਿਹੜੀ ਭਰੋਸੇਯੋਗਤਾ ਦਾ ਕੁਐਸਚਨ ਹੈ, ਜੀ। ਹੁਣ ਇਹ ਵੀ ਦਾਅ ਤੇ ਹੈ ਕਿ ਦੋਨਾਂ 'ਚੋਂ ਕਿਹੜੀ ਗੱਲ ਲੋਕ ਜ਼ਿਆਦਾ ਪ੍ਰਵਾਨ ਕਰਨਗੇ। ਨਹੀਂ ਦੇਖੋ, ਅ ਵੈਸੇ ਆਪਣੇ ਤੋਂ ਗੱਲ ਸ਼ੁਰੂ ਨਹੀਂ ਕਰਨੀ ਚਾਹੀਦੀ। ਤੁਹਾਡੇ ਚੈਨਲ ਦੀ ਜਿਹੜੀ ਮਕਬੂਲੀਅਤ ਹੈ, ਇਹ ਸਾਰੇ ਸੋਸ਼ਲ ਮੀਡੀਆ ਦੀ ਜਿਹੜੀ ਮਕਬੂਲੀਅਤ ਹੈ, YouTube ਦੇ ਉੱਤੇ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਦੀ ਮਕਬੂਲੀਅਤ ਹੈ, ਉਹਦੇ origin ਕਿੱਥੇ ਨੇ? ਕਿਉਂਕਿ ਮੇਨਸਟ੍ਰੀਮ ਮੀਡੀਆ ਉਹ ਗੱਲ ਕਹਿਣੋਂ ਝਿਜਕ ਰਿਹਾ ਸੀ, ਜਾਂ ਡਰ ਰਿਹਾ ਸੀ, ਜਾਂ ਹੋਲਿਸਟਿਕਲੀ ਚੀਜ਼ਾਂ ਨੂੰ ਕਵਰ ਨਹੀਂ ਕਰ ਰਿਹਾ ਸੀ। ਉਹਦੇ ਵਿੱਚੋਂ ਉਹ ਸਪੇਸ ਉੱਭਰ ਕੇ ਆਉਂਦੀ ਹੈ, ਜਿਹਦੇ ਵਿੱਚੋਂ ਲੋਕ ਕਹਿੰਦੇ ਨੇ ਕਿ ਚੰਗਾ ਫਿਰ ਜਿਹੜਾ ਸੀਸ ਤਲੀ ਤੇ ਧਰ ਕੇ ਗੱਲ ਕਰ ਰਿਹਾ ਹੈ, ਅਸੀਂ ਉਹਦੀ ਗੱਲ ਸੁਣ ਲਾਂਗੇ। ਸੋ ਉਹ ਇੰਨੇ ਵੱਡੇ ਅਦਾਰੇ ਨੂੰ ਛੱਡ ਕੇ ਚੈਨਲ ਬਦਲ ਕੇ YouTube ਤੇ ਆ ਜਾਂਦਾ। ਉਹਨੇ ਆਪਣਾ ਮੀਡੀਅਮ ਹੀ ਬਦਲ ਲਿਆ। YouTube ਦੀ ਸਾਰੀ ਜਿਹੜੀ ਸਟਰੈਂਥ ਹੈ YouTube ਜਰਨਲਿਜ਼ਮ ਦੀ, ਉਹ ਇਹਦੇ ਵਿੱਚੋਂ ਆਈ ਹੈ। ਇਹਦੇ ਵਿੱਚੋਂ ਸਿਟੀਜ਼ਨ ਜਰਨਲਿਜ਼ਮ ਉੱਭਰ ਕੇ ਆਇਆ। ਜੇ ਸਰਕਾਰਾਂ ਇਸ ਤਰੀਕੇ ਨਾਲ ਫੋਰਨ ਮੀਡੀਆ ਨੂੰ ਦਬਾਉਣਗੀਆਂ, ਅਸੀਂ ਇਹ ਦੇਖ ਲਈਏ ਕਿ ਪਾਸਟ ਦੇ ਵਿੱਚ ਜਦੋਂ ਫੋਰਨ ਮੀਡੀਆ ਨੂੰ ਦਬਾਇਆ ਗਿਆ, ਉਹ ਇਵੈਂਚੁਅਲੀ ਰਿਪੋਰਟ ਨਹੀਂ ਕਰ ਸਕੇ, ਪਰ ਜਾ ਕੇ ਉਹਨਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ, ਉਹ ਕਿਤਾਬਾਂ ਦਰਅਸਲ ਇੰਨੀ ਵੱਡੀ ਰਿਪੋਰਟਾਜ ਸਨ ਕਿ ਫਿਰ ਕਿਤਾਬਾਂ ਨੇ ਦੁਨੀਆ 'ਚ ਤਹਿਲਕਾ ਮਚਾ ਦਿੱਤਾ, ਤੇ ਉਹ ਸਾਰਾ ਕੁਝ ਦੁਬਾਰਾ ਤੋਂ ਉੱਭਰ ਕੇ ਆਇਆ। ਤੁਸੀਂ ਹੋਲੋਕਾਸਟ ਦੀ ਐਗਜ਼ਾਮਪਲ ਲੈ ਲਓ। ਜਿਸ ਤਰੀਕੇ ਨਾਲ ਨਾਜ਼ੀਆਂ ਨੂੰ ਮਾਰਿਆ ਗਿਆ ਜਰਮਨੀ ਦੇ ਵਿੱਚ, ਅਸੀਂ ਲਗਾਤਾਰ ਯੂਰਪੀਅਨ ਮੀਡੀਆ ਤੇ ਉਸ ਵੇਲੇ ਦਾ ਜਰਮਨ ਮੀਡੀਆ ਕੀ ਕਰ ਰਿਹਾ ਸੀ, ਇਹਦੇ ਤੇ ਤਾਂ ਤਵੱਜੋ ਦਿੰਦੇ ਆ, ਪਰ ਇੱਕ ਲੰਬਾ ਸਮਾਂ ਅਮਰੀਕਨ ਮੀਡੀਆ ਨੇ ਕਿਸ ਕਿਸਮ ਦਾ ਰੋਲ ਉਹਦੇ 'ਚ ਨਿਭਾਇਆ, ਇਹ ਅੱਖੋਂ ਓਹਲੇ ਹੋ ਗਿਆ ਸੀ। ਪਿਛਲੇ ਕੁਝ ਸਾਲਾਂ 'ਚ ਜਦੋਂ ਕੇਨ ਬਰਨਸ ਦੀ ਡਾਕੂਮੈਂਟਰੀ ਆਈ, ਦ ਯੂਨਾਈਟਿਡ ਸਟੇਟਸ ਐਂਡ ਦਾ ਹੋਲੋਕਾਸਟ, ਉਸਨੇ ਪੂਰਾ ਨੰਗਾ ਚਿੱਟਾ ਸੱਚ ਦਿਖਾ ਦਿੱਤਾ ਕਿ ਅਮਰੀਕਾ ਦੇ ਵਿੱਚ ਪੱਤਰਕਾਰਾਂ ਨੂੰ, ਮੀਡੀਆ ਹਾਊਸਿਸ ਨੂੰ ਤੇ ਪੋਲੀਟੀਕਲ ਜਮਾਤ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜਰਮਨੀ ਦੇ ਵਿੱਚ ਯਹੂਦੀ ਦੇ ਨਾਲ ਕੀ ਹੋ ਰਿਹਾ ਹੈ। ਪਰ ਕਿਉਂਕਿ ਅਮਰੀਕਾ ਦੇ ਫੋਰਨ ਜਿਹੜੇ ਹਿੱਤ ਸਨ, ਉਹਨਾਂ ਨੂੰ ਇਹ ਸਭ ਨਹੀਂ ਸੀ ਕਰਦਾ ਉਸੇ ਵੇਲੇ ਹਿਟਲਰ ਦੇ ਨਾਲ ਟੱਕਰ ਰਹਿਣਾ। ਅਮਰੀਕਾ ਉਸ ਵਾਰ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਰੱਖਣਾ ਚਾਹੁੰਦਾ ਸੀ, ਇਸ ਕਰਕੇ ਮੀਡੀਆ ਨੇ ਵੀ ਉੱਥੇ ਬੇਈਮਾਨੀ ਵਾਲਾ ਰੋਲ ਪ੍ਰਗਟ ਕੀਤਾ। ਅੱਜ ਜਿਸ ਵੇਲੇ ਕੇਨ ਬਰਨਸ ਦੀ ਡਾਕੂਮੈਂਟਰੀ ਡਿਸਕਸ ਹੁੰਦੀ ਹੈ, ਤਾਂ ਉਹਨਾਂ ਦੇ ਫੋਰਨ ਮੀਡੀਆ ਦਾ ਉਹ ਜਿਹੜਾ ਤ੍ਰਿਆ ਚਰਿੱਤਰ ਹੈ, ਉਹ ਸਾਹਮਣੇ ਆ ਜਾਂਦਾ ਨਾ। ਤੇ ਹਿੰਦੁਸਤਾਨ ਦੇ ਇਰਾਕ ਦੇ ਮਾਮਲੇ 'ਚ ਇਰਾਕ ਦੇ ਮਾਮਲੇ ਦੇ ਵਿੱਚ ਤੁਸੀਂ ਇਹ ਦੇਖੋ ਵੀ ਸਾਰਾ ਵੈਸਟਰਨ ਮੀਡੀਆ ਰਲ ਕੇ ਵੈਪਨਸ ਆਫ ਮਾਸ ਡਿਸਟਰਕਸ਼ਨ ਦੀ ਕਿਹੋ ਜੀ ਥਿਊਰੀ ਨੂੰ ਅੱਗੇ ਚਲਾ ਰਿਹਾ ਸੀ ਕਿ ਤੁਸੀਂ ਇੱਕ ਵਾਰ ਨੂੰ, ਨਾਜਾਇਜ਼ ਵਾਰ ਨੂੰ ਜਾਇਜ਼ ਵਾਰ ਦੇ ਤੌਰ ਦੇ ਉੱਤੇ ਪੇਸ਼ ਕਰਕੇ ਯੂਨਾਈਟਿਡ ਨੇਸ਼ਨ ਦੀ ਛਤਰ ਛਾਇਆ ਹਾਸਲ ਕਰਕੇ ਜਾ ਕੇ ਮੁਲਕ ਉੱਤੇ ਬੰਬ ਸੁੱਟਦੇ ਰਹੇ, ਤੇ ਗੁਆਂਟਾਨਾਮੋ ਬੇ ਵਰਗੀਆਂ ਚੀਜ਼ਾਂ ਲਿਆਂਦੀਆਂ, ਪੈਟਰੀਓਟਿਕ ਐਕਟ ਬਣਾਇਆ ਜਿਹੜਾ ਦੁਨੀਆ ਦੇ ਸਭ ਤੋਂ ਕਾਲੇ ਕਾਨੂੰਨਾਂ ਦੇ ਵਿੱਚੋਂ ਹੈ। ਉਹਦਾ ਨਾਮ ਦੇਸ਼ ਭਗਤਾਂ ਦੇ ਨਾਮ ਤੇ ਰੱਖਿਆ ਗਿਆ। ਸੋ ਅਮਰੀਕਾ ਜਿਹੜਾ ਵੱਡਾ ਦੇਸ਼ ਭਗਤੀ ਦੇ ਨਾਮ ਤੇ ਅਮਰੀਕਾ ਨੇ ਬਹੁਤ ਕੁਝ ਆਪਣੇ ਲੋਕਾਂ ਨੂੰ ਵੇਚਿਆ। ਮੈਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਆ ਰਹੀ ਹੈ। ਜਿਸ ਵੇਲੇ ਜੈਪਨੀਜ਼ ਨੇ ਆ ਕੇ ਪਰਲ ਹਾਰਬਰ ਦੇ ਉੱਤੇ ਬੰਬ ਸੁੱਟ ਦਿੱਤਾ ਤੇ ਉਹਦੇ ਨਾਲ ਅਮਰੀਕਾ ਸੈਕੰਡ ਵਰਲਡ ਵਾਰ ਦੇ ਵਿੱਚ ਧਰੀਕਿਆ ਗਿਆ, ਅਮਰੀਕਨਾਂ ਨੂੰ ਸ਼ੱਕ ਹੋ ਗਿਆ, ਕਿਉਂਕਿ ਅਮਰੀਕਾ ਤਾਂ ਕਿਸੇ ਦਾ ਦੇਸ਼ ਹੀ ਨਹੀਂ ਸੀ, ਇਮੀਗ੍ਰੈਂਟਸ ਦਾ ਦੇਸ਼ ਸੀ। ਉਹਨਾਂ ਨੇ ਕਿਹਾ ਜਿਹੜੇ ਸਾਡੇ ਦੇਸ਼ ਵਿੱਚ ਜਾਪਾਨੀ ਰਹਿੰਦੇ ਨੇ, ਜਿਹੜੇ ਸਾਲਾਂ ਤੋਂ, ਦਹਾਕਿਆਂ ਤੋਂ ਜੈਪਨੀਜ਼ ਨਾਗਰਿਕ ਬਣ ਚੁੱਕੇ ਨੇ, ਉਹ ਕਿਤੇ ਗੱਦਾਰੀ ਤਾਂ ਨਹੀਂ ਕਰ ਦੇਣਗੇ।
ਇੱਕ ਤਾਂ ਕਨਸੈਂਟਰੇਸ਼ਨ ਕੈਂਪ ਸੀ ਨਾ ਜਿਹੜੇ ਹਿਟਲਰ ਨੇ ਖੋਲੇ ਸੀ ਜਰਮਨੀ 'ਚ, ਅਮਰੀਕਾ ਨੇ ਆਪਣੇ ਦੇਸ਼ ਦੇ ਵਿੱਚ ਕਨਸੈਂਟਰੇਸ਼ਨ ਕੈਂਪ ਖੋਲੇ ਜਿਹਦੇ ਵਿੱਚ ਜਾਪਾਨੀਆਂ ਨੂੰ ਬੰਦ ਕਰ ਦਿੱਤਾ ਗਿਆ ਤੇ ਉਹ ਸਾਲਾਂ ਬੰਦ ਰਹੇ ਇੰਟਰਨਸ਼ਿਪ, ਉਹਨਾਂ ਨੂੰ ਉੱਥੇ ਇੰਟਰਨ ਕਰ ਦਿੱਤਾ ਗਿਆ ਅੰਦਰ। ਉਹ ਅਮਰੀਕਾ ਦੇ ਆਧੁਨਿਕ ਇਤਿਹਾਸ ਦਾ ਸਭ ਤੋਂ ਘਟੀਆ ਚੈਪਟਰ ਹੈ ਕਿ ਤੁਸੀਂ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਗੱਦਾਰ ਸਮਝ ਕੇ ਜੇਲ੍ਹਾਂ ਵਿੱਚ ਬੰਦ ਕੀਤਾ। ਅਸੀਂ ਕੋਈ ਸਬਕ ਉਹਦੇ ਤੋਂ ਨਹੀਂ ਸਿੱਖ ਰਹੇ। ਆਪਣੇ ਮੁਲਕ ਦੇ ਇੱਕ ਧਰਮ ਦੇ ਨਾਗਰਿਕਾਂ ਨੂੰ ਗੱਦਾਰ ਕਹਿ ਕੇ ਬਦਨਾਮ ਕਰਦੇ ਆ, BBC ਵਰਗੀ ਡਾਕੂਮੈਂਟਰੀ ਦੇ ਉੱਤੇ ਬੈਨ ਲਗਾਉਂਦੇ ਆ ਤੇ ਫਿਰ BBC ਦੇ ਦਫ਼ਤਰਾਂ ਦੇ ਉੱਤੇ ਛਾਪੇ ਮਾਰਦੇ ਆ। ਦੁਨੀਆ ਨੂੰ ਅਸੀਂ ਦੱਸ ਰਹੇ ਹਾਂ ਕਿ ਇਸ ਵੇਲੇ 180 ਮੁਲਕਾਂ ਦੇ ਵਿੱਚੋਂ ਜਿਹੜਾ ਸਾਡਾ 151ਵਾਂ ਨੰਬਰ ਹੈ ਮੀਡੀਆ ਦੀ ਆਜ਼ਾਦੀ ਦੇ ਸੰਦਰਭ ਦੇ ਵਿੱਚ, ਉਹ ਸਾਨੂੰ ਬਿਲਕੁਲ ਠੀਕ ਖਿਤਾਬ ਮਿਲਿਆ ਹੋਇਆ ਹੈ। ਹਿੰਦੁਸਤਾਨ ਦੇ ਵਿੱਚ ਪੱਤਰਕਾਰ ਹੋਣਾ ਇਸ ਵੇਲੇ ਉਨਾ ਹੀ ਖਤਰਨਾਕ ਹੈ ਜਿੰਨਾ ਸੁਡਾਨ ਦੇ ਵਿੱਚ ਪੱਤਰਕਾਰ ਹੋਣਾ ਜਾਂ ਲਾਇਬੇਰੀਆ ਦੇ ਵਿੱਚ ਪੱਤਰਕਾਰ ਹੋਣਾ। ਲਾਇਬੇਰੀਆ ਤੇ ਸੁਡਾਨ ਦੇ ਵਿਚਕਾਰ ਹਿੰਦੁਸਤਾਨ ਹੈ ਇਸ ਲਿਸਟ ਦੇ ਵਿੱਚ। ਇੱਥੇ ਜਿਹੜਾ ਇਹ ਦੂਜਾ ਮਾਮਲਾ ਵੀ ਹੈ, ਜਿਵੇਂ ਫਰੀडम ਆਫ ਐਕਸਪ੍ਰੈਸ ਦਾ ਹੀ ਐਕਸਪ੍ਰੈਸ਼ਨ ਦਾ ਹੀ ਕੁਐਸਚਨ ਹੈ ਨਾ, ਮਨੁੱਖੀ ਅਧਿਕਾਰਾਂ ਦਾ ਵੀ ਕੁਐਸਚਨ ਹੈ, ਬਿਲਕੁਲ ਫ੍ਰੀ ਪ੍ਰੈਸ ਦਾ ਵੀ ਕੁਐਸਚਨ ਹੈ। ਪਰ ਸਾਡੇ ਦੇਸ਼ 'ਚ ਵੀ ਕਾਫੀ ਬੰਦੇ, ਚਾਹੇ ਮੀਡੀਆ ਪਾਲਤੂ ਕਾਫੀ ਹੱਦ ਤੱਕ ਵੱਡੇ ਪੱਧਰ ਤੇ ਹੋ ਗਿਆ, ਨੈਸ਼ਨਲ ਲੈਵਲ ਦੀਆਂ ਕਈ ਫਿਗਰ 'ਚ ਵੀ ਇਹਦੇ ਤੇ ਬੋਲੀਆਂ ਨੇ, ਈਵਨ ਸੁਪਰੀਮ ਕੋਰਟ ਵੀ ਗਏ ਕਈ ਲੋਕ ਇਸੇ ਮਾਮਲੇ ਦੇ ਵਿੱਚ, ਜਿਵੇਂ ਐਨ ਰਾਮ ਨੇ, ਪ੍ਰਸ਼ਾਂਤ ਭੂਸ਼ਣ ਨੇ, ਮਹੁਆ ਮਿੱਤਰ ਹੈ, ਇੰਡੀਫਰੈਂਟ ਨੇ। ਉਹਨਾਂ ਨੇ ਇਹ ਵੀ ਇੱਕ ਗੱਲ ਸੁਪਰੀਮ ਕੋਰਟ 'ਚ ਆਲਾ ਕਿ ਸੁਪਰੀਮ ਕੋਰਟ 'ਚ ਹੀਅਰਿੰਗ ਦੇ ਦੌਰਾਨ ਕੀ ਆਉਂਦਾ ਕੀ ਨਹੀਂ, ਜਾਂ ਉਹ ਇੱਕ ਅਲੱਗ ਸਵਾਲ ਹੈ, ਪਰ ਜਾ ਕੇ ਇੱਕ ਪਲੀਜ਼ ਦਿੱਤੀ ਹੈ ਕਿ ਜਿਹੜਾ ਸੋਸ਼ਲ ਪਲੇਟਫਾਰਮ 'ਚੋਂ, ਸੋਸ਼ਲ ਮੀਡੀਆ ਦੇ ਤੋਂ ਡਾਕੂਮੈਂਟਰੀ ਨੂੰ ਹਟਾਉਣਾ, ਅਸੀਂ ਉਹਨੂੰ ਜਾਣਨਾ ਚਾਹੁੰਦੇ ਇਹ ਨਾਗਰਿਕ ਦੇ ਵੀ ਵਿਚਾਰਾਂ ਦੇ ਪ੍ਰਗਟਾਵੇ ਜਾਂ ਉਹਦਾ ਸੱਚਾਈ ਤੱਕ ਪਹੁੰਚਣ ਦੇ ਹੱਕ ਤੇ ਛਾਪਾ ਹੈ, ਡਾਕਾ ਹੈ ਉਸ ਲੈਵਲ ਦਾ। ਔਰ ਇਸੇ ਤਰੀਕੇ ਨਾਲ ਦੂਜੀ ਗੱਲ ਇਹ ਆਉਂਦੀ ਹੈ ਕਿ ਜਦੋਂ ਤੁਸੀਂ ਰੋਕ ਹੀ ਨਹੀਂ ਲਾਈ ਕਾਨੂੰਨੀ ਤੌਰ ਤੇ, ਤਾਂ ਤੁਸੀਂ ਬਾਕੀ ਬੰਦਿਆਂ ਤੇ ਇੱਕ ਟੈਰਰ ਫੈਲਾ ਕੇ ਜਾਂ ਉਹਨਾਂ ਤੇ ਪਰਚੇ ਦਰਜ ਕਰਨਾ, ਇਹ ਵੀ ਕਿਵੇਂ ਹੈ? ਤੇ ਫਿਰ BBC ਦਾ ਇਹ ਕੁਐਸਚਨ ਹੈ ਵੀ ਜਿਹੜੇ ਰੇਡ ਵੀ ਜਿਹੜੀ ਇਸ ਲੈਵਲ ਦੀ ਪੈ ਰਹੀ ਹੈ, ਤੇ ਜਿਹੜੀਆਂ ਇਸ ਲੈਵਲ ਦੀਆਂ ਰੇਡ ਜਿਹੜੇ ਇੱਥੇ ਤਾਂ ਪਹਿਲਾਂ ਹੀ ਚੱਲ ਰਹੀਆਂ ਨੇ, ਪਰ ਇੱਕ ਲੈਵਲ ਤੇ ਇੰਡੀਆ ਦੇ ਵਿੱਚ ਵੀ ਕੁਝ ਵੱਡੇ ਪੱਤਰਕਾਰਾਂ ਨੇ ਵੀ ਡਿਫਰੈਂਟ ਥਾਂ ਤੇ ਕੁਝ ਲੋਕਾਂ ਨੇ, ਸਕਾਲਰਜ਼ ਨੇ ਵੀ ਆਰਟੀਕਲ ਵੀ ਲਿਖੇ, ਵੱਖ-ਵੱਖ ਲਿਖੇ। ਇਹਦਾ ਮਤਲਬ ਅਜੇ ਉਸ ਗੱਲ ਦੀ ਵੀ ਸੁਣਵਾਈ, ਕੁਝ ਆਵਾਜ਼ਾਂ ਨੇ, ਪਰ ਉਹਨਾਂ ਦੀ ਆਵਾਜ਼ਾਂ ਅਜੇ ਮਿਨੋਰਟੀ ਹੈ, ਤੇ ਡੈਮੋਕ੍ਰੇਸੀ 'ਚ ਮਿਨੋਰਟੀ ਦੀ ਗੱਲ ਸੁਣੇ ਜਾਣਾ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹਦਾ ਮਤਲਬ ਸਾਡੀਆਂ ਇੰਸਟੀਟਿਊਸ਼ਨ 'ਚ ਵੀ, ਸਾਡੀ ਸਰਕਾਰ ਵੀ ਮਿਨੋਰਟੀ ਦੇ ਨੂੰ ਤਵੱਜੋ ਜਦੋਂ ਨਹੀਂ ਦਿੰਦੀ ਤਾਂ ਆਟੋਮੈਟਿਕਲੀ ਡਿਕਟੇਟਰਸ਼ਿਪ ਸਾਈਡ ਜਾਂਦੀ ਹੈ, ਅਥਾਰਟੇਰੀਅਨ ਰੂਲ ਦੇ ਸਾਈਡ ਜਾਂਦੀ ਹੈ। ਤਾਂ ਇਹ ਗੱਲ ਪੱਕੀ ਕਿਉਂ ਨਹੀਂ ਹੋਏਗੀ ਕਿ ਅਸੀਂ ਅਥਾਰਟੇਰੀਅਨ ਰੂਲ 'ਚ, ਅਸੀਂ ਅਰਧ ਆਜ਼ਾਦ ਦੇਸ਼ 'ਚ ਰਹਿ ਰਹੇ ਹਾਂ, ਅਸੀਂ ਜਿਹੜੀਆਂ ਆਟੋਕ੍ਰੇਸੀ 'ਚ ਰਹਿ ਰਹੇ ਹਾਂ, ਉਹ ਸਾਰੀਆਂ ਜਿਹੜੀਆਂ ਦੂਜੀਆਂ ਰਿਪੋਰਟਾਂ ਨੇ, ਅਸੀਂ ਇਹਦਾ ਮਤਲਬ ਉਹਨਾਂ ਰਿਪੋਰਟਾਂ ਨੂੰ ਵੀ ਵਾਜਬ ਸਾਬਤ ਕਰ ਰਹੇ ਹਾਂ। ਬਿਲਕੁਲ ਨਹੀਂ, ਹੁਣ ਜਿਹੜੀਆਂ ਰੀਸੈਂਟ ਕਿਤਾਬਾਂ ਆ ਰਹੀਆਂ ਨੇ, ਚਾਹੇ ਜੌਨ ਕੀਨ ਹੈ, ਚਾਹੇ ਦੇਬਾਸ਼ੀਸ਼ ਚੌਧਰੀ ਨੇ, ਉਹਨਾਂ ਦੀ ਜਿਹੜੀ ਸ਼ਾਰਟੈਸਟ ਹਿਸਟਰੀ ਆਫ ਡੈਮੋਕ੍ਰੇਸੀ ਹੁਣ ਆਈ ਹੈ, ਜਾਂ ਹਾਊ ਟੂ ਕਿਲ ਅ ਡੈਮੋਕ੍ਰੇਸੀ ਜਿਹੜੀ ਉਹਨਾਂ ਦੀ ਕਿਤਾਬ ਹੈ, ਉਹ ਇਹੀ ਸਾਬਤ ਕਰਦੀ ਹੈ ਕਿ ਅਸੀਂ ਦਰਅਸਲ ਡੈਮੋਕ੍ਰੇਸੀ ਵਿੱਚ ਨਹੀਂ ਰਹਿ ਰਹੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੱਤਰਕਾਰ ਵੀ ਇਹਨਾਂ ਨਵੇਂ ਸਮਿਆਂ ਦੇ ਵਿੱਚ, ਟੈਕਨੋਲੋਜੀ ਦੇ ਸਮਿਆਂ ਦੇ ਵਿੱਚ, ਨਵੇਂ ਢੰਗ ਤਰੀਕੇ ਸਰਕਾਰਾਂ ਦੇ ਇਸ ਕਿਸਮ ਦੇ ਰਵੱਈਆਂ ਦਾ ਟਾਕਰਾ ਕਰਨ ਦੇ ਲੱਭ ਰਹੇ ਨੇ। ਜਿਹੜਾ ਇੰਟਰਨੈਸ਼ਨਲ ਕੰਸੋਰਸ਼ੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ ਬਣਿਆ ਸੀ, ਜਿਹਨੇ ਇਹ ਪਨਾਮਾ ਪੇਪਰਸ ਲਿਆਂਦੇ, ਜਿਹਨੇ ਬਾਅਦ ਵਿੱਚ ਪੰਡੋਰਾ ਪੇਪਰਸ ਲਿਆਂਦੇ, ਜੇ ਤੁਸੀਂ ਉਹਨਾਂ ਦੀ ਮਿਹਨਤ ਦਾ ਸਿਰਫ ਉਹਨੂੰ ਆਪਾਂ ਥੋੜਾ ਜਿਹਾ ਕੁਆਂਟੀਫਾਈ ਕਰੀਏ ਕਿ 600 ਪੱਤਰਕਾਰ ਹੋਣ ਹਮੀਰ ਜੀ, 150 ਮੀਡੀਆ ਆਰਗੇਨਾਈਜੇਸ਼ਨਾਂ ਦੇ 20 ਲੱਖ ਡਾਕੂਮੈਂਟਸ ਉਹਨਾਂ ਦੇ ਕੋਲ ਹੋਣ, 14 ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡ ਕਰਨ ਵਾਲੀਆਂ ਕੰਪਨੀਆਂ ਦੇ ਸੀਕ੍ਰੇਟ ਉਹ ਇਕੱਠੇ ਕਰ ਲੈਣ, 2 ਸਾਲਾਂ ਤੱਕ ਚੁੱਪਚਾਪ ਉਹਨੂੰ ਸਟੱਡੀ ਕਰਦੇ ਰਹਿਣ, ਵੱਖ-ਵੱਖ ਦੇਸ਼ਾਂ ਦੇ ਨੁਮਾਇਆ ਪੱਤਰਕਾਰਾਂ ਤੇ ਅਖਬਾਰਾਂ ਦੇ ਨਾਲ ਉਹ ਟਾਈ ਅਪ ਕਰ ਲੈਣ। ਸਾਡੇ ਦੇਸ਼ ਦੇ ਵਿੱਚੋਂ ਦਾ ਹਿੰਦੂ ਤੇ ਇੰਡੀਅਨ ਐਕਸਪ੍ਰੈਸ ਉਹਨਾਂ ਦੇ ਸਾਥੀ ਸੀ, ਵਾਸ਼ਿੰਗਟਨ ਪੋਸਟ ਅਮਰੀਕਾ ਦੇ ਵਿੱਚੋਂ ਸੀਗਾ, ਦਾ ਗਾਰਡੀਅਨ ਇੰਗਲੈਂਡ ਦੇ ਵਿੱਚੋਂ ਸੀਗਾ, ਤੇ ਫਿਰ ਉਹ 35 ਕੰਟਰੀਆਂ ਦੇ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਬਾਰੇ, ਫੌਜਾਂ ਦੇ ਜਰਨੈਲਾਂ ਬਾਰੇ, ਡਿਕਟੇਟਰਾਂ ਬਾਰੇ, 330 ਪੋਲੀਟੀਸ਼ੀਅਨਾਂ ਬਾਰੇ ਇਹੋ ਜਿਹਾ ਨੰਗਾ ਚਿੱਟਾ ਸੱਚ ਸਾਹਮਣੇ ਲੈ ਕੇ ਆ ਜਾਣ ਕਿ ਕਿਸ ਦੀਆਂ ਕਿੱਥੇ ਕੰਪਨੀਆਂ ਨੇ, ਕਿਸ ਨੇ ਲੱਖਾਂ ਕਰੋੜਾਂ ਡਾਲਰ ਕਿੱਥੇ ਛੁਪਾਏ ਹੋਏ ਨੇ। ਉਹਦੇ ਲਈ ਇੱਕ ਇੰਟਰਨੈਸ਼ਨਲ ਐਫਰਟ ਵੱਡੇ ਤੌਰ ਦੇ ਉੱਤੇ ਇਨਵੈਸਟੀਗੇਟਿਵ ਪੱਤਰਕਾਰਾਂ ਨੇ ਕੀਤੀ। ਮੈਨੂੰ ਲੱਗਦਾ ਦਰਅਸਲ ਉਹ ਸਾਰੇ ਸਾਡੇ ਲਈ ਤਾਂ ਫੋਰਨ ਕੋਰੈਸਪੋਂਡੈਂਟ ਨੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ, ਤੇ ਸਾਨੂੰ ਸਾਡੇ ਦੇਸ਼ ਦੇ ਲੋਕਾਂ ਬਾਰੇ, ਚਾਹੇ ਉਹ ਸਚਿਨ ਤੇਂਦੁਲਕਰ ਹੋਵੇ, ਚਾਹੇ ਅਨਿਲ ਅੰਬਾਨੀ ਹੋਵੇ, ਇਹਨਾਂ ਸਾਰਿਆਂ ਦੇ ਬਾਰੇ ਸੱਚ ਦੱਸਿਆ ਕਿ ਕਿਸ ਨੇ ਅਯਾਸ਼ੀ ਦੇ ਸਮੁੰਦਰੀ ਜਹਾਜ਼ ਲੈ ਕੇ ਦੁਨੀਆ 'ਚ ਕਿੱਥੇ ਕਿੱਥੇ ਖੜੇ ਕੀਤੇ ਨੇ। ਇਹ ਅਫਸੋਸ ਦੀ ਗੱਲ ਹੈ ਕਿ ਅਸੀਂ ਪੰਡੋਰਾ ਪੇਪਰਸ ਵੱਲ ਉਨਾ ਧਿਆਨ ਨਹੀਂ ਦਿੱਤਾ। ਮੈਨੂੰ ਲੱਗਦਾ ਜਿਸ ਵੇਲੇ ਅਸੀਂ BBC ਦੀ ਡਾਕੂਮੈਂਟਰੀ ਬਾਰੇ ਗੱਲ ਕਰ ਰਹੇ ਹਾਂ ਤਾਂ ਅਸੀਂ ਫੋਰਨ ਕੋਰੈਸਪੋਂਡੈਂਟਸ ਦੇ ਉੱਤੇ ਧਿਆਨ ਦੇਣਾ ਸ਼ੁਰੂ ਕੀਤਾ ਹੈ। ਸਾਡੇ ਦੇਸ਼ ਦੇ ਵਿੱਚ ਬਾਹਰੋਂ ਆ ਕੇ ਕੌਣ-ਕੌਣ ਇੱਥੋਂ ਰਿਪੋਰਟ ਕਰਦਾ ਹੈ ਇਹਦੇ ਤੇ ਧਿਆਨ ਦੇਣਾ ਸ਼ੁਰੂ ਕੀਤਾ ਹੈ।
ਇਹ ਉਹ ਮਰਹਲਾ ਵੀ ਹੈ ਜਦੋਂ ਸਾਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਪੱਤਰਕਾਰ ਕਿਹੜੇ-ਕਿਹੜੇ ਦੇਸ਼ ਦੇ ਵਿੱਚੋਂ ਰਿਪੋਰਟ ਕਰ ਰਹੇ ਨੇ। ਫਿਰ ਇਹ ਸਵਾਲ ਪੰਜਾਬੀਆਂ ਨੂੰ ਪੁੱਛਣਾ ਪਏਗਾ ਕਿ ਹਿੰਦੁਸਤਾਨ ਦੀਆਂ ਅਖਬਾਰਾਂ ਨੇ ਤੇ ਟੀਵੀ ਚੈਨਲਾਂ ਨੇ ਸਾਡੇ ਗਵਾਂਢੀ ਦੇਸ਼ ਪਾਕਿਸਤਾਨ ਦੇ ਵਿੱਚ ਜਿੱਥੇ ਕਰੋੜਾਂ ਪੰਜਾਬੀ ਰਹਿੰਦੇ ਨੇ, ਉੱਥੇ ਕਿੰਨੇ ਕੁ ਕੋਰਸਪੋਂਡੈਂਟ ਲਗਾਏ ਹੋਏ ਨੇ ਤਾਂ ਕਿ ਸਾਨੂੰ ਸਹੀ ਤਸਵੀਰ ਉਸ ਪਾਕਿਸਤਾਨ ਦੀ ਮਿਲਦੀ ਰਹੇ, ਜਿਹਦੇ ਬਾਰੇ ਇੱਕ ਬਿਆਨੀਆ ਬਣਾਉਣ ਦੀ ਸਰਕਾਰ ਹਰ ਵੇਲੇ ਕੋਸ਼ਿਸ਼ ਕਰਦੀ ਰਹਿੰਦੀ ਹੈ ਤੇ ਸਾਡੇ ਗੁਆਂਢੀ ਨੂੰ ਸਾਡਾ ਦੁਸ਼ਮਣ ਸਾਨੂੰ ਸਮਝਾਉਂਦੀ ਰਹਿੰਦੀ ਹੈ। ਮੈਨੂੰ ਜ਼ਿਆਦਾ ਵਿਸ਼ਵਾਸ ਹੋਏਗਾ ਕਿ ਉਹ ਸਾਡਾ ਦੁਸ਼ਮਣ ਹੈ ਤੇ ਬੜਾ ਭੈੜਾ ਹੈ ਤੇ ਉਹਦੇ ਕੋਲ ਐਟਮ ਬੰਬ ਹੈ ਤੇ ਮੈਨੂੰ ਉਹਦੇ ਤੋਂ ਡਰਨਾ ਚਾਹੀਦਾ ਹੈ, ਜੇ ਮੇਰੇ ਉੱਥੇ ਇਸਲਾਮਾਬਾਦ ਦੇ ਵਿੱਚ, ਲਾਹੌਰ ਦੇ ਵਿੱਚ ਬੈਠਾ ਕੋਰਸਪੋਂਡੈਂਟ ਰੋਜ਼ ਮੈਨੂੰ ਦੱਸੇ ਕਿ ਇਹ ਐਡੇ ਭੈੜੇ ਕਾਰੇ ਕਰਦੇ ਨੇ। ਜੇ ਉਹ ਰੋਜ਼ ਮੈਨੂੰ ਦੱਸੇਗਾ ਕਿ ਉੱਥੇ ਕੀ ਹਾਲਾਤ ਨੇ, ਲੋਕ ਕਿੱਦਾਂ ਰਹਿ ਰਹੇ ਨੇ, ਸਰਕਾਰਾਂ ਉਹਨਾਂ ਨਾਲ ਵੀ ਕਿੰਨੀਆਂ ਨਾਜਾਇਜ਼ ਕਰ ਰਹੀਆਂ ਨੇ, ਮਹਿੰਗਾਈ ਦੇ ਕੀ ਹਾਲ ਨੇ, ਲੋਕਾਂ ਦੇ ਬੈਂਕਿੰਗ ਸਟਰਕਚਰ ਕਿੱਦਾਂ ਦੇ ਨੇ, ਉੱਥੋਂ ਦੇ ਇੰਡਸਟਰੀ ਕਿੱਦਾਂ ਦੀ ਹੈ, ਉੱਥੇ ਪਾਵਰ ਕਿਸ ਤਰ੍ਹਾਂ ਦੀ ਹੈ, ਪਾਵਰ ਆਪਰੇਟ ਕਿੱਦਾਂ ਕਰਦੀ ਹੈ, ਉੱਥੋਂ ਦੇ ਘੜਮ ਚੌਧਰੀ ਕਿਹੜੇ ਨੇ, ਤਾਂ ਫਿਰ ਮੈਨੂੰ ਜਾਪੇਗਾ ਕਿ ਜੇ ਅਸੀਂ ਤੇ ਜੇ ਉਹ, ਇਹ ਤਾਂ ਬਿਲਕੁਲ ਹੀ ਸਾਡੇ ਵਰਗੇ ਨੇ। ਸਾਡੇ ਤਾਂ ਮਸਲੇ ਹੀ ਇੱਕੋ ਨੇ। ਅਸੀਂ ਤਾਂ ਗੁਰਬਤ ਨਾਲ, ਅਨਪੜ੍ਹਤਾ ਦੇ ਨਾਲ, ਮੂਰਖ ਤੇ ਬੇਈਮਾਨ ਲੀਡਰਾਂ ਦੇ ਨਾਲ ਉਲਝੇ ਹੋਏ ਆ। ਸੌਰੀ, ਫਿਰ ਉਹ ਮੈਨੂੰ ਦੁਸ਼ਮਣ ਮੁਲਕ ਵਾਂਗ ਨਹੀਂ ਦਿਸੇਗਾ, ਫਿਰ ਮੈਨੂੰ ਸਾਂਝੇ ਮੁਹਾਜ਼ ਵਾਂਗ ਦਿਸੇਗਾ। ਵੈਸੇ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਪੰਜਾਬ 'ਚ ਆਪਾਂ ਰਹਿ ਰਹੇ ਹਾਂ, ਇਹ ਜੀ। ਗੁਰੂ ਨਾਨਕ ਦੀ ਧਰਤੀ ਹੈ। ਵੈਸੇ ਤਾਂ ਗੁਰੂ ਨਾਨਕ ਦੀ ਧਰਤੀ ਉਹ ਵੀ ਹੈ, ਗੁਰੂ ਨਨਕਾਣਾ ਨਾਨਕ ਦੀ ਸਾਹਿਬ ਤੋਂ ਧਰਤੀ ਆਏ। ਉਹ ਨਨਕਾਣਾ ਸਾਹਿਬ ਹੈ। 21 ਫਰਵਰੀ ਨੂੰ ਨਨਕਾਣਾ ਸਾਹਿਬ ਦਾ ਜਿਹੜਾ ਦਿਨ ਵੀ ਹੈ, ਚਾਬੀਆਂ ਦਾ ਮੋਰਚਾ ਜਿੱਤਿਆ, ਜਿਹਨੂੰ ਕਿਹਾ ਗਿਆ ਕਿ ਆਜ਼ਾਦੀ ਦੀ ਪਹਿਲੀ ਮੈਨੂੰ ਲੜਾਈ ਖੁਸ਼ੀ ਹੁੰਦੀ ਜਿੱਤੀ ਜੇ ਗਈ। ਪੰਜਾਬ ਦੇ ਲੋਕਾਂ ਨੂੰ ਪਤਾ ਹੁੰਦਾ ਕਿ ਉਹ- ਪਿਛਲੇ ਇੱਕ ਹਫ਼ਤੇ 'ਚ ਨਨਕਾਣਾ ਕੀ- ਸਾਹਿਬ ਦੇ ਵਿੱਚ ਕੀ ਗੁੱਲ ਖਿਲੇ ਨੇ, ਕਿਵੇਂ ਬੇਅਦਬੀ ਦੇ ਨਾਮ ਦੇ ਉੱਤੇ ਬੰਦਿਆਂ ਨੂੰ ਕੋਹ ਕੇ ਮਾਰਿਆ ਗਿਆ, ਲਾਸ਼ਾਂ ਨੂੰ ਘੁਮਾਇਆ ਗਿਆ, ਜ਼ਿੰਦਾ ਸਾੜਿਆ ਗਿਆ, ਇਹ ਸਭ ਕੁਝ ਪਿਛਲੇ ਹਫ਼ਤੇ ਵਿੱਚ ਹੋਇਆ। ਬਿਲਕੁਲ ਇਹੀ ਜੇ ਕੁਐਸਚਨ, ਸਾਡਾ ਉੱਥੇ ਕੋਈ ਕੋਰਸਪੋਂਡੈਂਟ ਹੁੰਦਾ ਤਾਂ ਲੋਕਾਂ ਨੂੰ ਇੱਥੇ ਪਤਾ ਹੁੰਦਾ। ਇਹੀ ਸਭ ਤੋਂ ਜ਼ਿਆਦਾ ਬੜਾ ਕੁਐਸਚਨ ਹੈ ਕਿ ਗੁਰੂ ਨਾਨਕ ਸਾਹਿਬ ਤਾਂ ਪੈਦਲ ਕਿੱਥੇ ਤੱਕ ਗਏ। ਉਹਨਾਂ ਨੇ ਬ੍ਰਹਿਮੰਡ ਨੂੰ ਕਿਵੇਂ ਦੇਖਣਾ ਹੈ, ਦੁਨੀਆ ਨੂੰ ਕਿਵੇਂ ਦੇਖਣਾ ਹੈ, ਸਰਬੱਤ ਦੇ ਭਲੇ ਦਾ ਜਿਹੜਾ ਸਿਧਾਂਤ ਹੈ ਆਇਆ ਹੀ ਉੱਥੋਂ ਹੈ ਸਾਰਾ। ਖਾਸ ਤੌਰ ਤੇ ਗਰੀਬ ਗੁਰਬੇ ਦਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ। ਸਾਡੇ ਕੋਲ ਫਿਲਾਸਫੀਕਲ ਅਪਰੋਚ ਉਹ ਹੈ, ਸ਼ਬਦ ਗੁਰੂ ਹੈ, ਗਿਆਨ ਦਾ ਮਾਮਲਾ ਸਾਰੇ। ਔਰ ਦੂਜੀ ਗੱਲ ਸਾਡੇ ਕੋਲ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਐਟ ਪ੍ਰੈਜ਼ੈਂਟ ਜੇ ਆਪਾਂ ਥਰੂ ਆਊਟ ਇੰਡੀਆ ਦੇਖੀਏ, ਪੰਜਾਬ ਦੇ ਲੋਕਾਂ ਨੇ ਪਿਛਲੇ 2 ਸਾਲ ਪਹਿਲਾਂ ਇੱਕ ਵੱਡਾ ਅੰਦੋਲਨ ਲੜਿਆ, ਉਹਦੀ ਅਗਵਾਈ ਕੀਤੀ ਹੈ। ਮਤਲਬ ਦੂਜੇ ਹਰਿਆਣਾ ਵੀ, ਬਾਕੀ ਲੋਕ ਵੀ ਸੀ, ਉਹਦੀ ਅਗਵਾਈ ਕੀਤੀ ਹੈ। ਔਰ ਜਿਹਨੇ ਇਹ ਸਾਬਤ ਕੀਤਾ ਕਿ ਅਸੀਂ ਡਰਦੇ ਨਹੀਂ ਆ, ਅਸੀਂ ਆਪਣਾ ਨੈਰੇਟਿਵ ਆਪ ਸਿਰ ਸਕਦੇ ਹਾਂ, ਦੂਜੇ ਨੂੰ ਕਾਊਂਟਰ ਕਰ ਸਕਦੇ ਹਾਂ। ਸਾਲ ਤੋਂ ਲੰਮਾ ਅੱਜ ਵੀ ਕਿੰਨੇ ਅੰਦੋਲਨ ਚੱਲ ਰਹੇ, ਬੜੇ ਫੋਰਨ ਕੋਰਸਪੋਂਡੈਂਟਸ ਨੇ ਉਹ ਨੈਰੇਟਿਵ ਪੂਰੀ ਦੁਨੀਆ ਨੂੰ ਦੱਸਿਆ, ਉਹ ਪੂਰੀ ਦੁਨੀਆ ਨੂੰ ਦੱਸਿਆ ਉਸ ਤੋਂ ਬਾਅਦ। ਔਰ ਅੱਜ ਵੀ ਪੰਜਾਬੀ ਵੱਖ-ਵੱਖ ਜਗ੍ਹਾ ਮੋਰਚਿਆਂ 'ਚ ਬੈਠੇ ਹੋਏ ਨੇ, ਕਿੰਨਿਆਂ 'ਚ ਨੰਗੇ ਧੜ ਲੜ ਰਹੇ ਨੇ, ਚਾਹੇ ਉਹਨਾਂ ਨੂੰ ਕੋਈ ਕਵਰ ਕਰਦਾ ਨਹੀਂ ਕਰਦਾ, ਨੈਸ਼ਨਲ ਮੀਡੀਆ ਤਾਂ ਕਰਦਾ ਹੀ ਦਿਖਾਈ ਨਹੀਂ ਦੇ ਰਿਹਾ, ਬਾਕੀ ਵੀ ਲੋਕਾਂ ਨੂੰ। ਇਹੋ ਜੀ ਸਿਚੁਏਸ਼ਨ ਦੇ ਵਿੱਚ ਜਿੱਥੇ ਲੋਕ ਲੜ ਰਹੇ ਹੋਣ, ਲੋਕ ਸਰਕਾਰ ਨੂੰ ਇਹ ਕਹਿੰਦੇ ਹੁਣ ਅਸੀਂ ਨਹੀਂ ਡਰਦੇ, ਅਸੀਂ ਆਪਣੀ ਗੱਲ ਤੇ ਕਾਇਮ ਆ, ਉੱਥੇ ਪੰਜਾਬੀ ਪੱਤਰਕਾਰਤਾ ਦਾ ਜਿਹੜਾ ਵਿਜ਼ਨ ਹੈ ਖਾਸ ਤੌਰ ਤੇ ਪੰਜਾਬ ਚੋਂ, ਮਤਲਬ ਪੰਜਾਬੀ ਪੱਤਰਕਾਰਤਾ ਦਾ ਮਤਲਬ ਇਹ ਨਹੀਂ ਕਿ ਪੰਜਾਬੀ ਮੀਡੀਅਮ, ਪੰਜਾਬ ਚੋਂ ਅੰਗਰੇਜ਼ੀ ਦੇ ਪੱਤਰਕਾਰ ਵੀ ਨੇ, ਪੰਜਾਬ 'ਚ ਹਿੰਦੀ ਦੇ ਪੱਤਰਕਾਰ ਵੀ ਨੇ, ਪੰਜਾਬੀ 'ਚ ਉਹ ਵੀ ਨੇ। ਇਹ ਬੜੀ ਮਾਯੂਸਕੁਨ ਉਸ ਲੈਵਲ ਦੀ ਗੱਲ ਹੈ ਕਿ ਅਸੀਂ ਇਹਨਾਂ ਨਾਲ ਅੰਗੇਜ ਕਿਉਂ ਨਹੀਂ ਕਰਦੇ। ਆ BBC ਦੇ ਮੁੱਦੇ ਤੇ ਵੀ ਕਿੰਨੇ ਕੁ ਚੈਨਲਾਂ ਨੇ, ਕਿੰਨੇ ਕੁ ਅਖਬਾਰਾਂ ਨੇ, ਕਿੰਨੇ ਕੁ ਬਾਕੀ ਮਾਮਲਿਆਂ 'ਚ ਸਿਰਫ ਕਿਸਾਨ ਅੰਦੋਲਨ ਦੀ ਹੀ ਐਗਜ਼ਾਮਪਲ ਨੂੰ ਲੈ ਲਵੋ। ਆਲ ਸੈਡ ਐਂਡ ਡਨ ਕਿਰਤੀਆਂ ਦਾ ਅੰਦੋਲਨ ਸੀ ਨਾ, 10 ਨੋਹਾਂ ਨਾਲ ਕਿਰਤ ਕਰਨ ਵਾਲਿਆਂ ਦਾ ਅੰਦੋਲਨ ਸੀ। ਪੰਜਾਬ ਦੇ ਵਿੱਚ ਕਿੰਨੇ ਕਿਸਾਨ ਨੇ, ਕਿੰਨੇ ਖੇਤ ਮਜ਼ਦੂਰ ਨੇ, ਕਿੰਨੇ ਫੈਕਟਰੀਆਂ ਦੇ ਮਜ਼ਦੂਰ ਨੇ, ਕਿੰਨੇ ਕਾਮੇ ਨੇ, ਇਹਨਾਂ ਸਾਰਿਆਂ ਦੀ ਗਿਣਤੀ ਕਰ ਲਈ ਜਾਏ ਤਾਂ ਯੂਰਪ ਦੇ ਕਿਸੇ ਵੱਡੇ ਸ਼ਹਿਰ ਤੋਂ ਜ਼ਿਆਦਾ ਦੀ ਵਸੋਂ ਦੇ ਬਰਾਬਰ ਨੇ। ਮੈਨੂੰ ਇਹ ਦੱਸੋ, ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਕਿਹੜੀ ਅਖਬਾਰ ਦੇ ਵਿੱਚ ਤੇ ਕਿਹੜੀ ਚੈਨਲ ਦੇ ਵਿੱਚ ਇੱਕ ਸਿੰਗਲ ਲੇਬਰ ਕੋਰਸਪੋਂਡੈਂਟ ਹੈ? ਪੰਜਾਬ ਦੇ ਕਿਹੜੇ ਚੈਨਲਾਂ ਨੇ ਇੱਕ ਖੇਤੀਬਾੜੀ ਕੋਰਸਪੋਂਡੈਂਟ ਕਰ ਲਿਆ, ਜਾਂ ਜਿਹਦੀ ਕੋਈ ਐਗਰੀਕਲਚਰ ਪਾਲਿਸੀਜ਼ ਦੇ ਵਿੱਚ ਕੋਈ ਉਹਦੀ ਕੋਈ ਪਕੜ ਹੋਵੇ, ਉਹਦਾ ਐਨਾਲਿਸਿਸ ਕਰਨ ਦੀ ਕੁਵਤ ਹੋਵੇ? ਸਾਡੇ ਪੰਜਾਬ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਨੇ। ਤੁਸੀਂ ਲੁਧਿਆਣੇ ਵਿੱਚ ਜੇ ਪ੍ਰਵਾਸੀਆਂ ਦਾ ਨੰਬਰ ਦੇਖੋ ਤਾਂ ਉਹ ਮਿਡ ਸਾਈਜ਼ ਕੈਨੇਡੀਅਨ ਸ਼ਹਿਰ ਦੇ ਬਰਾਬਰ ਦੀ ਵਸੋਂ ਹੈ ਉਹਨਾਂ ਦੀ, ਇਕੱਲੇ ਲੁਧਿਆਣੇ ਦੇ ਵਿੱਚ ਹੀ। ਤੁਸੀਂ ਮੈਨੂੰ ਦੱਸੋ ਕਿ ਪ੍ਰਵਾਸ ਨੂੰ ਕਵਰ ਕਰਨ ਵਾਲੇ ਮਾਈਗ੍ਰੈਂਟਸ ਦੇ ਬਾਰੇ ਅਸੀਂ ਕਿਹੜੇ ਕੋਰਸਪੋਂਡੈਂਟ, ਕਿਹੜੀਆਂ ਅਖਬਾਰਾਂ ਨੇ ਅਪੁਆਇੰਟ ਕੀਤੇ ਹੋਏ ਨੇ? ਦਰਅਸਲ ਅਸੀਂ ਤੇ ਆਪਣੇ ਹੀ ਲੋਕਾਂ ਲਈ ਫੋਰਨਰ ਬਣੇ ਹੋਏ ਆ, ਆਪਣੇ ਹੀ ਰੈਜ਼ੀਡੈਂਟਸ ਲਈ ਫੋਰਨਰ ਬਣੇ, ਅਸੀਂ ਉਹਨਾਂ ਨੂੰ ਫੋਰਨ ਕੋਰਸਪੋਂਡੈਂਟਸ ਵਾਂਗ ਹੀ ਇਗਨੋਰ ਕਰ ਰਹੇ ਹਾਂ। ਦੁਨੀਆ ਵਿੱਚ ਕਹਿੰਦੇ ਨੇ ਕਿ ਅਮਰੀਕਾ ਜਿਹੜਾ ਅਫਰੀਕਾ ਦਾ ਸਾਰਾ ਕੰਟੀਨੈਂਟ ਹੀ ਹੈ, ਇਹ ਡਿਜੀਟਲ ਡਿਵਾਈਡ ਦੇ ਦੂਸਰੇ ਬੰਨੇ ਹੈ। ਸਾਡੇ ਇੱਥੇ ਤਾਂ ਹਰ ਬੰਦਾ ਮੋਬਾਈਲ ਲਈ ਫਿਰਦਾ ਹੈ, ਉੱਥੇ 300 ਪਿੱਛੇ ਇੱਕ ਮੋਬਾਈਲ ਹੈ ਇਸ ਵੇਲੇ ਅਫਰੀਕਾ ਦੇ ਵਿੱਚ। ਸੋ ਇਸ ਕਰਕੇ ਅਫਰੀਕਾ ਦੁਨੀਆ ਦੀਆਂ ਨਜ਼ਰਾਂ ਤੋਂ ਹੀ ਓਝਲ ਰਹਿੰਦਾ, ਉਹ ਦਿਖਾਈ ਨਹੀਂ ਦਿੰਦਾ, ਕਿਉਂਕਿ ਉੱਥੇ ਨਾ ਮਾਰਕੀਟ ਦੇ ਤੌਰ ਦੇ ਉੱਤੇ ਉਹਨੂੰ ਦੇਖਿਆ ਜਾਂਦਾ ਤੇ ਨਾ ਹੀ ਉਹਦੇ ਵਿੱਚ ਉਹ ਇੰਟੈਲੈਕਚੁਅਲ ਕੁਵਤ ਹੈ ਕਿ ਉਹ ਆਪਣੀ ਕਹਾਣੀ ਲੋਕਾਂ ਨੂੰ ਦੱਸ ਸਕੇ। ਅਫਰੀਕਾ ਇਜ਼ ਐਨ ਇਗਨੋਰਡ ਸਟੋਰੀ। ਉਹ ਭਾਈ ਮੇਰੇ ਇੱਥੇ ਜਗ੍ਹਾ ਹਰ ਗੁੱਟ ਦੇ ਵਿੱਚ ਅਫਰੀਕਾ ਪਿਆ ਹੋਇਆ।
ਕਿ ਮੈਂ ਦੇਸ਼ ਨੂੰ ਦੱਸ ਪਾਇਆ ਅਜੇ ਤੱਕ ਲਤੀਫਪੁਰੇ ਦੀ ਕਹਾਣੀ, ਕਿ ਮੈਂ ਜੀਰੇ ਦੀ ਕਹਾਣੀ ਬਾਕੀ ਦੇਸ਼ ਨੂੰ ਦੱਸ ਪਾਇਆ? ਸਾਨੂੰ ਲੱਗਦਾ ਹੈ ਸਾਰਿਆਂ ਨੂੰ ਪਤਾ, ਅਸੀਂ ਦਰਅਸਲ ਇਸ ਛੋਟੇ ਜਿਹੇ ਖਿੱਤੇ ਵਿੱਚ ਰਹਿੰਦੇ ਹਾਂ। ਬੰਦੀ ਸਿੰਘਾਂ ਲਈ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਹੈ, ਕਿ ਨੈਸ਼ਨਲ ਮੀਡੀਆ ਨੂੰ ਇਸ ਦੀ ਕਹਾਣੀ ਦਾ ਪਤਾ ਹੈ? ਤੁਹਾਨੂੰ ਯਾਦ ਹੈ ਜਿਸ ਵੇਲੇ ਕਿਸਾਨ ਮੋਰਚਾ ਲੱਗਿਆ ਸੀ, ਤੁਸੀਂ ਇੱਥੋਂ ਇਸ ਤਰ੍ਹਾਂ ਗਏ ਸੀ ਕਿ ਭਾਈ ਹਰ ਗੱਲ ਦਾ ਜਵਾਬ ਹੈ, ਤੇ ਨੈਸ਼ਨਲ ਮੀਡੀਆ ਇਸ ਤਰੀਕੇ ਨਾਲ ਆ ਰਿਹਾ ਸੀ ਕਿ ਇਹ ਅਲੋਕਾਰੀ ਕੋਈ ਗੱਲ ਹੋ ਗਈ ਹੈ, ਚਮਤਕਾਰ ਹੋ ਗਿਆ, ਅਚਾਨਕ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕੋਈ ਖੇਮਾ ਬਸਤੀ ਆ ਕੇ ਵਸ ਗਈ ਹੈ। ਕਿਉਂਕਿ ਉਹ ਪਿਛਲੇ ਸਾਲਾਂ ਤੋਂ ਜੋ ਇੱਥੇ ਕਿਸਾਨੀ ਮੂਵਮੈਂਟ ਚੱਲ ਰਹੀ ਸੀ, ਉਹਦੇ ਤੋਂ ਪੂਰੀ ਤਰ੍ਹਾਂ ਨਾਲ ਕੋਰੇ ਸਨ, ਵਿਰਵੇ ਰਹਿ ਗਏ ਸਨ। ਉਹ ਪੰਜਾਬ ਨੂੰ ਉਸ ਤਰੀਕੇ ਨਾਲ ਪੜ੍ਹ ਹੀ ਨਹੀਂ ਸਨ ਪਾਏ। ਇਸੇ ਤਰੀਕੇ ਨਾਲ ਜੇ ਪੰਜਾਬ ਦੇ ਵਿੱਚ ਪਿੱਛੇ ਜੇ ਸੱਤਾ ਦਾ ਬਦਲ ਹੋਇਆ, ਅਮਰਿੰਦਰ ਸਿੰਘ ਨੂੰ ਹਟਾਇਆ ਗਿਆ, ਚੰਨੀ ਆਏ, ਕੁਛ ਆਏ, ਤੁਸੀਂ ਨੈਸ਼ਨਲ ਮੀਡੀਆ ਦਾ ਐਨਾਲਿਸਿਸ ਸੁਣੋ, ਕਾਂਗਰਸ ਇਸ ਲਈ ਹਾਰੀ ਕਿਉਂਕਿ ਅਮਰਿੰਦਰ ਸਿੰਘ को अचानक हटा दिया। ਤੁਹਾਨੂੰ ਲੱਗਦਾ ਜਿਹੜਾ ਇਹ ਪੈਰਾਸ਼ੂਟ ਜਰਨਲਿਜ਼ਮ ਹੈ, ਜਿਹੜਾ ਤੁਸੀਂ ਦਿੱਲੀ ਤੋਂ ਬੈਠ ਕੇ ਫਟਾਫਟ 2 ਇੰਟਰਨੈਟ ਦੀਆਂ ਸਰਚਿਸ ਕਰਕੇ ਗੂਗਲ ਦੇ ਥਰੂ ਪੰਜਾਬ ਨੂੰ ਸਮਝਣਾ ਚਾਹੁੰਦੇ ਹੋ, ਇਹ ਉਹੀ ਗਲਤੀਆਂ ਕਰਾਂਦਾ ਜਿਸ ਤਰੀਕੇ ਨਾਲ ਨੈਸ਼ਨਲ ਮੀਡੀਆ ਨੇ ਕਿਸਾਨ ਅੰਦੋਲਨ ਨੂੰ ਸਮਝਣ ਲੱਗਿਆ ਗਲਤੀ ਕੀਤੀ ਸੀ। ਤੇ ਇੱਕ ਪਾਸੇ ਫਿਰ ਨੈਸ਼ਨਲ ਮੀਡੀਆ ਖੜਾ ਸੀ ਤੇ ਇੱਕ ਪਾਸੇ ਪੰਜਾਬ ਮੀਡੀਆ ਖੜਾ ਸੀਗਾ, ਤੇ ਦੋ ਧੜੇ ਇਸ ਦੇਸ਼ ਦੇ ਵਿੱਚ ਮੀਡੀਆ ਦੇ ਦਿਖਾਈ ਦੇ ਰਹੇ ਸੀ। ਮੈਨੂੰ ਇੰਜ ਜਾਪਦਾ ਸੀ ਜੇ ਇਹ ਜਿਹੜਾ ਨੈਸ਼ਨਲ ਮੀਡੀਆ ਕਿ ਫੋਰਨ ਮੀਡੀਆ, ਜਿਹੜੇ ਬਾਹਰੋਂ ਆਏ ਨੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੈ, ਉਹ ਦਰਅਸਲ ਫੋਰਨ ਮੀਡੀਆ ਵਾਂਗੂ ਇੱਥੇ ਰਹਿੰਦੇ ਆ। ਅਸੀਂ ਆਪਣੇ ਲੋਕਾਂ ਨਾਲ ਘੱਟੋ ਘੱਟ ਉਸ ਤਰ੍ਹਾਂ ਨਾ ਰਹੀਏ, ਅਸੀਂ ਆਪਣੇ ਪ੍ਰਵਾਸੀ ਮਜ਼ਦੂਰ ਨਾਲ, ਆਪਣੇ ਖੇਤ ਮਜ਼ਦੂਰ ਨਾਲ, ਆਪਣੇ ਕਿਸਾਨ ਨਾਲ, ਆਪਣੇ ਫੈਕਟਰੀਆਂ ਦੇ ਕਾਮਿਆਂ ਨਾਲ, ਜੋ ਅਸੀਂ ਉਹਨਾਂ ਨੂੰ ਕਿੰਨੀ ਕੁ ਕਵਰੇਜ ਦੇ ਰਹੇ ਹਾਂ। ਸਾਡੇ ਇੱਥੇ ਸਾਰੀ ਮੀਡੀਆ ਦੀ ਕਵਰੇਜ ਲਾਰਜਲੀ ਪੋਲਿਟਿਕਸ ਓਰੀਐਂਟਿਡ ਹੈ। ਕੋਈ ਗੱਲ ਭਗਵੰਤ ਮਾਨ ਕਹਿ ਦੇ, ਕੋਈ ਟਵੀਟ ਹਰਸਿਮਰਤ ਬਾਦਲ ਕਰ ਦੇਵੇ, ਕਿਤੇ ਇਸ ਦਿਨ ਕੋਈ ਨਵਜੋਤ ਸਿੱਧੂ ਜੇਲ੍ਹ ਚੋਂ ਬਾਹਰ ਆਵੇ ਜਾਂ ਨਾ ਆਵੇ, ਸਾਡੀਆਂ ਸੁਰਖੀਆਂ ਭਰ ਜਾਂਦੀਆਂ ਨੇ। ਠੀਕ ਜਿਵੇਂ ਇਤਿਹਾਸ ਬਾਰੇ ਕਹਿੰਦੇ ਨੇ ਨਾ ਵੀ ਇਕੱਲੇ ਰਾਜੇ ਰਾਣੀਆਂ ਦਾ ਇਤਿਹਾਸ ਹੈ, ਲੋਕਾਂ ਦਾ ਇਤਿਹਾਸ ਨਹੀਂ ਰਹਿੰਦਾ। ਸਾਡੀ ਪੱਤਰਕਾਰੀ ਵੀ ਲੋਕਾਂ ਦੀ ਪੱਤਰਕਾਰੀ ਨਹੀਂ ਹੁੰਦੀ, ਇਹ ਵੀ ਇਹਨਾਂ ਰਾਜ ਕਰਨ ਵਾਲਿਆਂ ਦੀ, ਕਿਸੇ ਐਮਐਲਏ ਦੀ, ਕਿਸੇ ਦਾ ਕੋਈ ਬੈਗ ਫੜਿਆ ਗਿਆ, ਕੋਈ 4 ਲੱਖ ਦੇ ਘਪਲੇ 'ਚ ਫੜਿਆ ਗਿਆ ਤੇ ਉਹਦੀ ਪੱਤਰਕਾਰੀ ਬਣ ਜਾਂਦੀ ਹੈ। ਦਰਅਸਲ ਲੋਕ ਸਰੋਕਾਰਾਂ ਨਾਲ ਜਿਹੜੀ ਜੁੜੀ ਪੱਤਰਕਾਰੀ ਹੈ, ਉਹ ਬਹੁਤ ਜ਼ਿਆਦਾ ਇਗਨੋਰ ਹੋ ਰਹੀ ਹੈ, ਤੇ ਇਹ ਸ਼ੀਸ਼ਾ ਸਾਨੂੰ ਸਾਹਮਣੇ ਦਿਖਾਈ ਦਿੰਦਾ। ਅਸੀਂ ਜਦੋਂ ਫੋਰਨ ਕੋਰੈਸਪੋਂਡੈਂਟਸ ਬਾਰੇ ਗੱਲ ਕਰੀਏ ਤਾਂ ਉਹਨਾਂ ਦੀ ਜ਼ਰੂਰ ਗੱਲ ਕਰੀਏ ਜਿਨ੍ਹਾਂ ਲਈ ਅਸੀਂ ਆਪ ਫੋਰਨਰ ਹੋਏ ਬੈਠੇ ਹਾਂ, ਜਿਨ੍ਹਾਂ ਦੀ ਅਸੀਂ ਗੱਲ ਨਹੀਂ ਕਰਦੇ। ਪਿਛੋਕੜ ਦੇ ਵਿੱਚ ਜਦੋਂ ਗੱਲ ਕਰਦੇ ਰਹੇ ਆਪਾਂ, ਹਿਸਟਰੀ ਦੇਖਦੇ ਆ ਇਹਦੀ, ਔਰ ਉਦੋਂ ਵੀ ਬਹੁਤ ਜ਼ਿਆਦਾ ਇਸ ਧਰਤੀ 'ਚ ਤੇ ਜ਼ੁਲਮ ਵੀ ਹੋਇਆ, ਬੜਾ ਕੁਛ ਹੁੰਦਾ ਰਿਹਾ। ਪਰ ਉਹਨਾਂ ਨੇ ਬੇਸਿਕ ਸਾਥ ਨਹੀਂ ਛੱਡਿਆ ਵੀ ਜੇ ਉੱਥੇ ਦਿੱਲੀ ਤੱਕ ਜਾ ਕੇ, ਅੱਗੇ ਤੱਕ ਜਾ ਕੇ ਲੁੱਟ ਖੋਹ ਕਰਕੇ ਕੋਈ ਵਾਪਸ ਜਾ ਰਿਹਾ ਹੈ, ਤੇ ਜੇ ਉਹ ਬੇਹੁਰਮਤੀ ਕਰ ਰਿਹਾ ਹੈ ਔਰਤਾਂ ਦੀ, ਬੰਦਿਆਂ ਦੀ, ਵੱਖ-ਵੱਖ ਮਾਮਲਿਆਂ ਦੀ, ਉਹ ਕਾਜ ਵੀ ਨਾਲ ਰੱਖਿਆ, ਬਿਲਕੁਲ ਅਟੈਕ ਕਰਕੇ ਆਪਣੇ ਬਦਲੇ ਵੀ ਉਹਨੂੰ ਵੀ ਨਾਲ ਲਿਆ। ਅੱਜ ਕੱਲ ਅਸੀਂ ਇੰਨਾ ਸੀਮਤ ਹੋ ਗਏ ਸੋਚ ਦੇ ਵਿੱਚ, ਮੇਰਾ ਖਿਆਲ ਹੈ ਵੀ ਸਾਡੀ ਗੱਲ ਜਿਹੜੀ ਉਸ ਲੈਵਲ ਤੇ ਸੁਣੀ ਜਾਣੀ ਚਾਹੀਦੀ ਹੈ। ਜੀ ਮੇਰੇ ਨਾਲ ਕੱਲਾ ਧੱਕਾ ਹੋ ਰਿਹਾ, ਠੀਕ ਹੈ। ਨਹੀਂ, ਲੋਕ ਇੰਟਰਨੈਸ਼ਨਲ ਇਵੈਂਟਸ ਬਾਰੇ ਪਹਿਲਾਂ ਬੜੇ ਜਾਗਦੇ ਹੁੰਦੇ ਸੀਗੇ। ਮੈਂ ਪੜ੍ਹ ਰਿਹਾ ਸੀਗਾ ਕਿ FIR ਕਿਸਾਨ ਦੇ ਖਿਲਾਫ ਦਰਜ ਹੋ ਗਈ ਅੰਗਰੇਜ਼ਾਂ ਦੇ ਵੇਲੇ। ਉਹ ਕਹਿੰਦੇ ਗਲਤੀ ਕੀ ਕੀਤੀ ਹੈ, ਉਹ ਪੁਲੀ ਦੇ ਉੱਤੇ ਗੱਡਾ ਚੜਾ ਰਿਹਾ ਸੀ ਤੇ ਆਪਣੇ ਬਲਦਾਂ ਨੂੰ ਚਾਬੁਕ ਮਾਰ ਕੇ ਕਹਿੰਦਾ ਚੜ ਜਾਓ ਸ਼ੇਰੋ, ਜਿਵੇਂ ਜਰਮਨਾਂ ਦੇ ਜਹਾਜ਼ ਚੜਦੇ ਆ। ਉਹ ਕਹਿੰਦੇ ਇਹ ਤਾਂ ਬਗਾਵਤੀ ਸੋਰ ਹੈ, ਸੈਡੀਸ਼ਨ ਦਾ 124 ਦਾ ਪਰਚਾ ਦੇ ਦਿੱਤਾ ਉਹਦੇ ਉੱਤੇ। ਇਹਦਾ ਮਤਲਬ ਲੋਕ ਜਾਗਦੇ ਸੀ ਨਾ ਕਿ ਦੁਨੀਆ ਵਿੱਚ ਕੀ ਹੋ ਰਿਹਾ। ਇਹੀ ਕੁਐਸਚਨ ਹੈ ਅਸਲ ਦੇ ਵਿੱਚ। ਇਹ ਬਹੁਤ ਬੜਾ ਮੁੱਦਾ, ਇਹ ਮਨੁੱਖੀ ਅਧਿਕਾਰਾਂ ਦੇ ਵੀ ਹੈ, ਇਹ ਪੂਰੇ ਜੀਵਨ ਜਾਂਚ ਦਾ ਵੀ ਹੈ, ਜੀਵਨ ਪ੍ਰਤੀ ਨਜ਼ਰੀਏ ਦਾ ਵੀ ਹੈ। ਔਰ ਜਿਹੜੀ ਧਰਤੀ ਤੋਂ ਅਸੀਂ ਦੁਨੀਆ ਨੂੰ ਦੇਖਣਾ ਚਾਹੁੰਦੇ ਹਾਂ, ਗੁਰੂ ਨਾਨਕ ਸਾਹਿਬ ਦਿਖਾਉਣਾ ਚਾਹੁੰਦੇ ਸੀ ਕਿ ਓਵਰਆਲ ਧਰਤੀ ਨੂੰ ਕਿਵੇਂ ਦੇਖਣਾ ਹੈ, ਇਨਸਾਨੀਅਤ ਨੂੰ ਮੁਹੱਬਤ ਕਿਵੇਂ ਕਰਨੀ ਹੈ। ਉਹ ਮੁਹੱਬਤ ਕੇਵਲ ਐਵੇਂ ਨਹੀਂ ਹੋਏਗੀ, ਉਹ ਸੋਚ ਦਾ ਸਵਾਲ ਹੈ, ਉਹ ਨਜ਼ਰੀਏ ਦਾ ਸਵਾਲ ਹੈ। ਸਾਨੂੰ ਦੁਨੀਆ 'ਚ ਵਾਪਰ ਰਹੀਆਂ ਘਟਨਾਵਾਂ, ਦੇਸ਼ 'ਚ ਵਾਪਰ ਰਹੀਆਂ ਘਟਨਾਵਾਂ, ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ, ਔਰ ਇਹ ਇਕੱਲੇ ਦੀਵੇ ਥੱਲੇ ਹਨੇਰੇ ਵਾਲਾ ਮਾਮਲਾ ਨਹੀਂ। ਕਈ ਵਾਰ ਸਾਨੂੰ ਲੋਕਲ ਵੀ ਨਹੀਂ ਪਤਾ ਲੱਗਦਾ ਆਪਣੇ ਆਲੇ ਦੁਆਲੇ ਕੀ ਵਾਪਰ ਰਿਹਾ। ਕਈ ਵਾਰ ਦੂਰ ਦ੍ਰਿਸ਼ਟੀ ਨਾਲ ਸਾਨੂੰ ਉਹ ਘਟਨਾਵਾਂ ਬਣੀ ਮਤਲਬ ਹੋ ਰਹੀਆਂ। ਔਰ ਪਾਪ ਕੀ ਜੰਜ ਦੇ ਮਾਮਲੇ 'ਚ ਤਾਨਾ ਦੇਣ ਦਾ ਜਿਹੜਾ ਇੱਕ ਕੁਐਸਚਨ ਹੈ, ਔਰ ਉਹ ਵੀ ਸਾਡੇ ਦਿਮਾਗਾਂ ਦਾ ਹਿੱਸਾ ਜਿੰਨਾ ਚਿਰ ਨਹੀਂ ਬਣਦਾ, ਤਾਂ BBC ਦੇ ਮਾਮਲੇ ਤੇ ਹੋਵੇ ਜਾਂ ਬਾਕੀ ਦੇ ਮਾਮਲੇ ਤੇ ਹੋਵੇ, ਮਨੁੱਖੀ ਅਧਿਕਾਰਾਂ ਦਾ ਸਵਾਲ ਹੋਵੇ, ਉਹ ਕ੍ਰਸ ਹੁੰਦੇ ਰਹਿਣਗੇ। ਅੱਜ ਲਈ ਇੰਨਾ ਹੀ, ਬਹੁਤ ਬਹੁਤ ਸ਼ੁਕਰੀਆ।